ਗੁੱਡ ਮਾਰਨਿੰਗ ਸਟੂਡੈਂਟਸ, ਵੈਲਕਮ ਟੂ ਮਾਈ ਚੈਨਲ ਲਰਨਿੰਗ ਨੈਵਰ ਹਾਰਮਸ। ਅੱਜ ਮੈਂ ਤੁਹਾਡੇ ਨਾਲ ਇੱਕ ਨਵਾਂ ਟੌਪਿਕ ਸ਼ੇਅਰ ਕਰਨ ਜਾ ਰਹੀ ਹਾਂ, ਜਿਹੜਾ ਕਿ ਹੈ ਡੈਮੋਕ੍ਰੇਸੀ ਯਾਨੀ ਕਿ ਲੋਕਤੰਤਰ। ਇਹ ਸਾਡੇ ਸਿਵਿਕਸ ਯਾਨੀ ਕਿ ਨਾਗਰਿਕ ਸ਼ਾਸਤਰ ਦਾ ਪਾਰਟ ਹੈ। ਮੈਂ ਤੁਹਾਡੇ ਨਾਲ ਕੁਐਸਚਨ ਆਨਸਰ ਡਿਸਕਸ ਕਰਾਂਗੀ ਹਿੰਦੀ ਨਹੀਂ, ਪੰਜਾਬੀ ਤੇ ਇੰਗਲਿਸ਼ ਮੀਡੀਅਮ ਦੇ ਵਿੱਚ। ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਪੰਜਾਬੀ ਮੀਡੀਅਮ ਦੇ ਵਿੱਚ ਕੁਐਸਚਨ ਆਨਸਰ ਡਿਸਕਸ ਕਰਾਂਗੀ। ਜਿਹੜਾ ਸਭ ਤੋਂ ਪਹਿਲਾ ਕੁਐਸਚਨ ਆ ਉਹ ਹੈ ਲੋਕਤੰਤਰ ਸਰਕਾਰ ਤੋਂ ਕੀ ਭਾਵ ਹੈ। ठीक है, मतलब कि लोकतंत्र सरकार तो की भाव है, लोकतंत्र सरकार हुंदी की आ। मैं एक मिनट, हाँ जी, लोकतंत्र सरकार की हुंदी है। लोकतंत्र सरकार विच लोग खुद अपनी सरकार चुनते हैं। यह लोगों की लोगों लई अते लोगों द्वारा सरकार हुंदी है। हुण लोकतंत्र सरकार हुंदी की आ, अजिही सरकार जिस दे विच की हुंदा, जिहड़ी सरकार आ ਉਹ ਅਸੀਂ ਚੁਣਦੇ ਆ। ठीक है, ਅਸੀਂ ਚੁਣਦੇ ਆ, ਸਾਡੇ ਵਿੱਚੋਂ ਹੀ ਜਿਹੜੇ ਲੋਕ ਹੁੰਦੇ ਆ ਉਹ ਚੁਣੇ ਜਾਂਦੇ ਨੇ। ਠੀਕ ਹੈ, ਉਹਨੂੰ ਕੀ ਕਹਿੰਦੇ ਆ ਆਪਾਂ, ਲੋਕਤੰਤਰ ਸਰਕਾਰ ਕਹਿੰਦੇ ਆ। ਉਹ ਚੁਣਦੇ ਕਿਉਂ, ਤਾਂ ਕਿ ਉਹ ਸਾਡੇ ਲਈ ਕੰਮ ਕਰਨ। ਹੁਣ ਜਿਵੇਂ ਕਿ ਆਪਾਂ ਇੰਡੀਆ ਦੀ ਐਗਜ਼ਾਮਪਲ ਲੈਂਦੇ ਆ, ਇੰਡੀਆ ਦੇ ਵਿੱਚ ਜਿੰਨੇ ਵੀ ਮੰਤਰੀ ਨੇ ਉਹ ਸਾਡੇ ਵਿੱਚੋਂ ਹੀ ਕੋਈ ਨਾ ਕੋਈ ਮੰਤਰੀ ਬਣਿਆ ਹੁੰਦਾ। ਠੀਕ ਹੈ, ਇਸ ਦਾ ਮਤਲਬ ਸਾਡੇ ਵਿੱਚੋਂ ਬਣਿਆ। ਉਹਨਾਂ ਨੂੰ ਚੁਣਦਾ ਕੌਣ ਹੈ, ਆਪਾਂ ਵੋਟ ਦੇ ਕੇ ਉਹਨਾਂ ਨੂੰ ਚੁਣਦੇ ਆ। ਠੀਕ ਹੈ, ਇਸ ਲਈ ਕੀ ਆ, ਚੁਣਿਆ ਕਿਸ ਨੇ, ਅਸੀਂ ਚੁਣਿਆ। ਕਿਹਦੇ ਲਈ ਤੇ ਕਿਹਦੇ ਵਿੱਚੋਂ ਚੁਣੇ ਗਏ, ਸਾਡੇ ਵਿੱਚੋਂ ਚੁਣੇ ਗਏ ਆ। ਤੇ ਐਟਲੀਸਟ ਉਹ ਕੰਮ ਕਿਹਦੇ ਲਈ ਕਰਦੇ ਆ, ਉਹ ਸੜਕਾਂ ਬਣਵਾਉਂਦੇ ਆ। ਠੀਕ ਹੈ, ਰੇਲਵੇ ਸਟੇਸ਼ਨ ਬਣਵਾਉਂਦੇ ਆ, ਪਾਣੀ ਦਾ ਇੰਤਜ਼ਾਮ ਕਰਦੇ ਆ। ਇਹ ਸਭ ਕੁਝ ਕਿਉਂ ਕਰਦੇ ਆ, ਸਾਡੇ ਲਈ ਕਰਦੇ ਆ। ਇਸ ਲਈ ਇਹ ਕੀ ਹੋਇਆ, ਇਹ ਇੱਕ ਲੋਕਤੰਤਰ ਸਰਕਾਰ ਹੈ, ਜਿਹਦੇ ਵਿੱਚ ਜਿਸ ਨੂੰ ਸਰਕਾਰ ਨੂੰ ਅਸੀਂ ਚੁਣਿਆ, ਸਾਡੇ ਵਿੱਚੋਂ ਹੀ ਸਰਕਾਰ ਬਣੀ ਹੈ ਤੇ ਉਹ ਸਾਡੇ ਲਈ ਕੰਮ ਕਰਦੀ ਹੈ। ਇਸ ਨੂੰ ਕੀ ਕਹਿੰਦੇ ਆਪਾਂ, ਲੋਕਤੰਤਰ ਸਰਕਾਰ ਕਹਿੰਦੇ ਆ। ਠੀਕ ਹੈ, ਚਲੋ ਨੈਕਸਟ ਕੁਐਸਚਨ ਜਿਹੜਾ ਹੈ ਆਪਣਾ, ਨੈਕਸਟ ਕੁਐਸਚਨ ਆਪਾਂ ਦੇਖ ਲੈਂਦੇ ਹਾਂ। ਕਾਨੂੰਨ ਦੇ ਰਾਜ ਤੋਂ ਤੁਸੀਂ ਕੀ ਸਮਝਦੇ ਹੋ। ਹੁਣ ਕਾਨੂੰਨ ਦਾ ਰਾਜ ਕੀ ਹੁੰਦਾ। ਕਾਨੂੰਨ ਦੇ ਰਾਜ ਤੋਂ ਭਾਵ ਹੈ ਕਾਨੂੰਨ ਦੇ ਰਾਜ ਤੋਂ ਤੁਸੀਂ ਕੀ ਸਮਝਦੇ ਹੋ, ਕਾਨੂੰਨ ਦਾ ਰਾਜ ਹੁੰਦਾ ਕੀ ਆ। ਕਾਨੂੰਨ ਦੇ ਰਾਜ ਤੋਂ ਕੀ ਮਤਲਬ ਹੁੰਦਾ ਸਾਡਾ। ਕਾਨੂੰਨ ਦੇ ਰਾਜ ਤੋਂ ਭਾਵ ਹੈ ਕਿ ਦੇਸ਼ ਦਾ ਸ਼ਾਸਨ ਨਿਸ਼ਚਿਤ ਨਿਯਮਾਂ ਦੇ ਅਨੁਸਾਰ ਚਲਾਇਆ ਜਾਂਦਾ ਹੈ ਤੇ ਕਾਨੂੰਨ ਸਾਰੇ ਲੋਕਾਂ ਲਈ ਇੱਕੋ ਜਿਹਾ ਹੁੰਦਾ ਹੈ। ਹੁਣ ਕਾਨੂੰਨ ਦਾ ਸ਼ਾਸਨ ਹੁੰਦਾ ਕੀ ਆ, ਕਾਨੂੰਨ ਦਾ ਸ਼ਾਸਨ ਜਿਸ ਦੇ ਵਿੱਚ ਕੀ ਆ, ਜਿਹੜੇ ਨਿਯਮ ਨੇ, ਜਿਹੜੇ ਲੋਜ਼ ਬਣੇ ਹੋਏ ਆ, ਉਹ ਅਸੀਂ ਕੀ ਕਰਦੇ ਹਾਂ, ਨਿਯਮ ਦੇ ਅਨੁਸਾਰ ਫੋਲੋ ਕਰਦੇ ਹਾਂ। ਠੀਕ ਹੈ, ਹੁਣ ਜੇ ਸੜਕ 'ਤੇ ਇਹ ਬਣਿਆ ਹੋਇਆ ਵੀ ਸੜਕ 'ਤੇ ਕੀ ਚੱਲੇਗੀ, ਸੜਕ 'ਤੇ ਪੈਦਲ ਚੱਲਣ ਵਾਲਿਆਂ ਲਈ ਜਿਹੜੇ ਸੜਕ ਪਾਰ ਕਰਨ ਲਈ ਇੱਕ ਜਗ੍ਹਾ ਬਣੀ ਹੁੰਦੀ ਹੈ। ਠੀਕ ਹੈ, ਉਹ ਕੀ ਹੈ, ਲੋ ਦੇ ਅਕੋਰਡਿੰਗ ਬਣਿਆ ਹੋਇਆ। ਅਤੇ ਪਾਰਕ ਦੇ ਵਿੱਚ ਆਪਾਂ ਜਾਂਦੇ ਹਾਂ ਜਾਂ ਕਿਸੇ ਵੀ ਜਗ੍ਹਾ 'ਤੇ ਜਾਂਦੇ ਹਾਂ, ਹਰ ਜਗ੍ਹਾ 'ਤੇ ਬਿਹੇਵ ਕਰਨ ਦਾ ਇੱਕ ਆਪਣਾ ਤਰੀਕਾ ਹੁੰਦਾ ਹੈ। ਠੀਕ ਹੈ, ਉਹ ਕੀ ਆ, ਉਹ ਕਾਨੂੰਨ ਦੇ ਅਨੁਸਾਰ ਹੁੰਦਾ ਹੈ। ਠੀਕ ਹੈ, ਅਸੀਂ ਕਿਸੇ ਨੂੰ ਗਲੀ 'ਚ ਜਾਂਦੇ ਹੋਏ ਕਿਸੇ ਨੂੰ ਮਾਰ ਨਹੀਂ ਸਕਦੇ। ਕੀ ਆ, ਇਹ ਲੋ ਆ, ਜੇ ਅਸੀਂ ਮਾਰਦੇ ਹਾਂ ਤਾਂ ਸਾਨੂੰ ਕੀ ਹੈ, ਸਜ਼ਾ ਹੋ ਸਕਦੀ ਹੈ। ਠੀਕ ਹੈ, ਇਸ ਤਰ੍ਹਾਂ ਕੀ ਹੈ, ਇਹ ਕੁਝ ਕਾਨੂੰਨ ਬਣੇ ਹੋਏ, ਕੁਝ ਨਿਯਮ ਬਣੇ ਹੋਏ ਜਿਸ ਦੇ ਅਨੁਸਾਰ ਸਾਡੇ ਦੇਸ਼ ਦਾ ਸ਼ਾਸਨ ਚਲਾਇਆ ਜਾਂਦਾ। ਠੀਕ ਹੈ, ਇਸ ਨੂੰ ਆਪਾਂ ਕੀ ਕਹਿੰਦੇ ਹਾਂ, ਕਾਨੂੰਨ ਦਾ ਸ਼ਾਸਨ ਕਹਿੰਦੇ ਹਾਂ। ਠੀਕ ਹੈ, ਨੈਕਸਟ ਕੁਐਸਚਨ ਕੀ ਹੈ, ਵੋਟ ਦੇ ਅਧਿਕਾਰ ਦਾ ਲੋਕਤੰਤਰ ਵਿੱਚ ਕੀ ਮਹੱਤਵ ਹੈ। ਹੁਣ ਲੋਕਤੰਤਰ ਦੇਸ਼ ਦੇ ਵਿੱਚ ਵੋਟ ਦਾ ਕੀ ਇੰਪੋਰਟੈਂਸ ਹੈ, ਇੰਪੋਰਟੈਂਸ ਕੀ ਆ ਵੋਟ ਦੀ। ਵੋਟ ਮਤਲਬ ਜਦ ਆਪਾਂ ਇਲੈਕਸ਼ਨਸ ਹੁੰਦੇ ਆ, ਤੁਹਾਡੇ ਪੇਰੈਂਟਸ ਜਾਂਦੇ ਹੋਣਗੇ ਵੋਟ ਦੇਣ, ਉਹਨਾਂ ਦੇ ਹੱਥ ਦੇ ਵਿੱਚ ਤੁਸੀਂ ਦੇਖਦੇ ਹੋਵੋਗੇ ਕਿ ਨੀਲੇ ਕਲਰ ਦੀ ਇੰਕ ਲੱਗੀ ਹੁੰਦੀ ਆ, ਜਿਹੜਾ ਕਿ ਇਹ ਦਿਖਾਉਂਦੀ ਹੈ ਕਿ ਉਹ ਵੋਟ ਦੇ ਕੇ ਆਏ ਆ, ਪ੍ਰੂਫ ਹੁੰਦਾ ਇਸ ਗੱਲ ਦਾ। ਠੀਕ ਹੈ, ਅਤੇ ਫਿਰ ਇਸ ਦਾ ਇੰਪੋਰਟੈਂਸ ਕੀ ਹੁੰਦਾ, ਆਪਾਂ ਵੋਟ ਦਿੰਦੇ ਕਿਉਂ ਆ। ਲੋਕਤੰਤਰ ਵਿੱਚ ਲੋਕ ਵੋਟਾਂ ਪਾ ਕੇ ਆਪਣੀ ਸਰਕਾਰ ਚੁਣਦੇ ਹਨ। ਜੇਕਰ ਸਰਕਾਰ ਲੋਕਾਂ ਦੇ ਭਲੇ ਲਈ ਕੰਮ ਨਾ ਕਰੇ ਤਾਂ ਲੋਕ ਵੋਟਾਂ ਦੁਆਰਾ ਉਸ ਸਰਕਾਰ ਨੂੰ ਬਦਲ ਵੀ ਸਕਦੇ ਹਨ। ਇਸ ਲਈ ਵੋਟ ਦਾ ਅਧਿਕਾਰ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ। ਠੀਕ ਹੈ, ਹੁਣ ਕੀ ਕਿਹਾ ਗਿਆ, ਲੋਕਤੰਤਰ ਵਿੱਚ ਕੀ ਹੁੰਦਾ ਕਿ ਜਿਹੜੀ ਸਰਕਾਰ ਚੁਣੀ ਜਾਂਦੀ ਹੈ ਉਹ ਲੋਕਾਂ ਦੁਆਰਾ ਚੁਣੀ ਜਾਂਦੀ ਹੈ। ਹੁਣ ਲੋਕ ਕਿਵੇਂ ਚੁਣਦੇ ਆ, ਵੋਟਾਂ ਦੇ ਅਨੁਸਾਰ ਹੀ ਚੁਣਦੇ ਆ। ਠੀਕ ਹੈ, ਅਸੀਂ ਵੋਟ ਦੇਵਾਂਗੇ ਤਾਂ ਹੀ ਕੋਈ ਪਰਸਨ ਜਿੱਤ ਕੇ ਉੱਥੇ ਜਾਏਗਾ, ਪਾਰਲੀਮੈਂਟ ਦੇ ਵਿੱਚ ਜਾਏਗਾ। ਠੀਕ ਹੈ, ਅਤੇ ਸਰਕਾਰ ਬਣਾਏਗਾ। ਇਸ ਲਈ ਸਰਕਾਰ ਦੇ ਵਿੱਚ ਕੀ ਆ, ਲੋਕਤੰਤਰ ਦੇ ਵਿੱਚ ਵੋਟਾਂ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੁੰਦੀ ਆ। ਠੀਕ ਹੈ, ਅਤੇ ਹੁਣ ਸਰਕਾਰ ਨੂੰ ਅਸੀਂ ਚੁਣਦੇ ਹਾਂ, ਇਸ ਲਈ ਉਹ ਕੀ ਕਰਦੇ ਆ, ਸਾਡੇ ਭਲੇ ਲਈ ਕੰਮ ਕਰਦੇ ਆ। ਹੁਣ ਬਹੁਤ ਸਾਰੇ ਲੋਕ ਵੋਟ ਦੇਣ ਨਹੀਂ ਜਾਂਦੇ। ਇਸ ਦੇ ਨਾਲ ਕੀ ਹੁੰਦਾ ਕਿ ਜਿਹੜੇ ਬਹੁਤ ਸਾਰੇ ਲੋਕ ਵੋਟ ਦੇਣ ਨਹੀਂ ਜਾਂਦੇ। ਠੀਕ ਹੈ, ਸਮਝ ਲਓ ਕੀ ਨੇ, ਇਹ ਇੱਧਰ 3 ਪਰਸਨ ਨੇ, ਇੱਧਰ 3 ਪਰਸਨ ਨੇ। ਠੀਕ ਹੈ, ਅਤੇ ਇੱਧਰ 2 ਪਰਸਨ ਖੜ੍ਹੇ ਆ। ਹੁਣ ਇਹਨਾਂ 3 ਪਰਸਨਸ ਨੂੰ ਲੱਗਦਾ ਕਿ ਜਿਹੜੇ ਇਹ 2 ਪਰਸਨ ਖੜ੍ਹੇ ਆ, ਇਹ ਮਤਲਬ ਇੰਨਾ ਵਧੀਆ ਕੰਮ ਨਹੀਂ ਕਰਦੇ। ਠੀਕ ਹੈ, ਜਾਂ ਇੱਕ ਪਰਸਨ ਵਧੀਆ ਕੰਮ ਕਰਦਾ ਪਰ ਦੂਸਰਾ ਵਧੀਆ ਕੰਮ ਨਹੀਂ ਕਰਦਾ, ਬਟ ਇਹ ਵੋਟ ਦੇਣ ਨਹੀਂ ਗਏ। ਇਹਦੇ ਵਿੱਚੋਂ ਇੱਕ ਪਰਸਨ ਨੂੰ ਤਾਂ ਲੱਗ ਰਿਹਾ ਸੀ ਇਹਨੂੰ ਵੋਟ ਦੇਣਾ ਚਾਹੀਦਾ, ਚੰਗੇ ਇਨਸਾਨ ਨੂੰ, ਉਹਨੇ ਦੇ ਦਿੱਤਾ, ਬਟ 2 ਨੇ ਕਿਹਨੂੰ ਦਿੱਤਾ ਵੋਟ, ਇਸ ਜਿਹੜੇ ਮਾੜੇ ਬੰਦੇ ਨੂੰ ਦਿੱਤਾ। ਇਸ ਦੇ ਨਾਲ ਕੀ ਹੋਇਆ,
ਜਿਹੜਾ ਚੰਗਾ ਬੰਦਾ ਸੀ, ਜਿਹਦੇ ਕੋਲ ਆਹ 3 ਵੋਟ ਵੀ ਆ ਸਕਦੇ ਸੀ, ਉਹ ਤਾਂ ਹਾਰ ਗਿਆ, ਮਾੜਾ ਬੰਦਾ ਜਿੱਤ ਗਿਆ। ਠੀਕ ਹੈ, ਇਸ ਦੇ ਨਾਲ ਕੀ ਹੁੰਦਾ, ਜੇ ਆਪਾਂ ਵੋਟ ਦੇਣ ਨਹੀਂ ਜਾਵਾਂਗੇ ਤਾਂ ਅਜਿਹਾ ਪਰਸਨ ਜਿਹੜਾ ਡਿਜ਼ਰਵ ਨਹੀਂ ਕਰਦਾ ਉਹ ਇਲੈਕਸ਼ਨ ਜਿੱਤ ਕੇ ਸਰਕਾਰ ਬਣਾ ਲੈਂਦਾ, ਤੇ ਉਹ ਸਾਡੇ ਭਲੇ ਲਈ ਕੰਮ ਨਹੀਂ ਕਰਦਾ। ਠੀਕ ਹੈ, ਇਸ ਲਈ ਵੋਟ ਬਹੁਤ ਇੰਪੋਰਟੈਂਟ ਹੁੰਦੀ ਹੈ ਤੇ ਸਭ ਨੂੰ ਵੋਟ ਦੇਣਾ ਚਾਹੀਦਾ ਤੇ ਸਹੀ ਕੈਂਡੀਡੇਟ ਨੂੰ ਚੁਣਨਾ ਚਾਹੀਦਾ ਹੈ। ਠੀਕ ਹੈ, ਇਸ ਤਰ੍ਹਾਂ ਜਿਹੜਾ ਵੋਟ ਆ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦਾ ਹੈ ਸਾਡੇ ਲੋਕਤੰਤਰ ਦੇ ਵਿੱਚ। ਹੁਣ ਨੈਕਸਟ ਕੁਐਸਚਨ ਕੀ ਆ ਆਪਣਾ, ਨੈਕਸਟ ਕੁਐਸਚਨ ਹੈ ਲੋਕਤੰਤਰ ਵਿੱਚ ਲੋਕ ਮਤ ਦਾ ਕੀ ਮਹੱਤਵ ਹੈ। ਲੋਕ ਮਤ ਦਾ ਕੀ ਮਹੱਤਵ ਹੁੰਦਾ, ਲੋਕ ਮਤ ਹੁੰਦਾ ਕੀ ਆ। ਲੋਕ ਮਤ ਦਾ ਭਾਵ ਲੋਕਾਂ ਦੀ ਇੱਛਾ ਤੋਂ ਹੈ। ਜੋ ਸਰਕਾਰ ਲੋਕਾਂ ਦੀ ਇੱਛਾ ਅਨੁਸਾਰ ਕੰਮ ਨਹੀਂ ਕਰਦੀ, ਲੋਕ ਵੋਟਾਂ ਰਾਹੀਂ ਉਸ ਸਰਕਾਰ ਨੂੰ ਬਦਲ ਦਿੰਦੇ ਹਨ। ਠੀਕ ਹੈ, ਲੋਕ ਮਤ ਕੀ ਹੁੰਦਾ ਹੈ, ਲੋਕਾਂ ਦੀ ਇੱਛਾ, ਲੋਕਾਂ ਦੀ ਮਰਜ਼ੀ। ਠੀਕ ਹੈ, ਸਾਡੀ ਮਰਜ਼ੀ। ਜੇ ਸਾਨੂੰ ਲੱਗਦਾ ਵੀ ਅਸੀਂ ਕਿਸੇ ਪਰਸਨ ਨੂੰ ਵੋਟ ਦਿੱਤਾ, ਉਹਨੂੰ ਜਿਤਾਇਆ ਤਾਂ ਕਿ ਉਹ ਸਾਡੇ ਕੰਮ ਭਲੇ ਲਈ ਕੰਮ ਕਰੇ, ਬਟ ਅਸੀਂ ਬਾਅਦ ਵਿੱਚ ਕੀ ਦੇਖਿਆ ਕਿ ਉਹ ਸਾਡੇ ਭਲੇ ਲਈ ਕੰਮ ਨਹੀਂ ਕਰਦਾ, ਉਹ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰ ਰਿਹਾ। ਠੀਕ ਹੈ, ਹੁਣ ਸਾਨੂੰ ਸਾਡੀ ਮਰਜ਼ੀ ਆ, ਹੁਣ ਅਸੀਂ ਅਗਲੇ ਵੋਟ ਦੇ ਵਿੱਚ ਕੀ ਕਰਾਂਗੇ, ਉਸ ਪਰਸਨ ਨੂੰ ਹਟਾ ਦੇਵਾਂਗੇ। ਠੀਕ ਹੈ, ਉਸ ਪਰਸਨ ਨੂੰ ਜਿੱਤਣ ਨਹੀਂ ਦੇਵਾਂਗੇ, ਕਿਵੇਂ, ਵੋਟ ਪਾ ਕੇ ਕਿਸੇ ਹੋਰ ਪਰਸਨ ਨੂੰ। ਠੀਕ ਹੈ, ਇਸ ਤਰ੍ਹਾਂ ਕੀ ਹੈ, ਲੋਕਤੰਤਰ ਵਿੱਚ ਲੋਕ ਮਤ ਦਾ ਕੀ ਹੁੰਦਾ, ਮਤ ਦਾ ਮਤਲਬ ਕੀ ਹੈ, ਇੱਛਾ ਆ ਕਿ ਅਸੀਂ ਆਪਣੀ ਇੱਛਾ ਨਾਲ ਕਿਸੇ ਪਰਸਨ ਨੂੰ ਇਲੈਕਸ਼ਨ ਦੇ ਵਿੱਚ ਜਿਤਾ ਕੇ ਮਿਨਿਸਟਰ ਬਣਾ ਸਕਦੇ ਹਾਂ, ਤੇ ਜੇ ਸਾਨੂੰ ਲੱਗਦਾ ਵੀ ਉਹ ਸਹੀ ਕੰਮ ਨਹੀਂ ਕਰਦਾ ਤਾਂ ਅਸੀਂ ਉਸਨੂੰ ਵੋਟ ਅਗਲੇ ਇਲੈਕਸ਼ਨ ਦੇ ਵਿੱਚ ਵੋਟ ਨਾ ਦੇ ਕੇ ਉਸਨੂੰ ਸਰਕਾਰ ਦੀ ਪੋਜੀਸ਼ਨ ਤੋਂ ਨੀਚੇ ਲਿਆ ਸਕਦੇ ਹਾਂ। ਠੀਕ ਹੈ, ਅਗਲਾ ਕੁਐਸਚਨ ਕੀ ਹੈ, ਕਿਹੜੇ ਦੇਸ਼ ਵਿੱਚ ਅਜੇ ਵੀ ਸਿੱਧਾ ਲੋਕਤੰਤਰ ਹੈ। ਹੁਣ ਸਿੱਧੇ ਲੋਕਤੰਤਰ ਵਿੱਚ ਕੋਈ ਕਾਨੂੰਨ ਬਣਾਉਣ ਸਮੇਂ ਸਾਰੇ ਨਾਗਰਿਕ ਸਿੱਧੇ ਤੌਰ 'ਤੇ ਹਿੱਸਾ ਲੈਂਦੇ ਹਨ। ਸਵਿਟਜ਼ਰਲੈਂਡ ਵਿੱਚ ਅੱਜ ਵੀ ਸਿੱਧਾ ਲੋਕਤੰਤਰ ਹੈ। ਹੁਣ ਸਿੱਧਾ ਲੋਕਤੰਤਰ ਕੀ ਆ, ਹੁਣ ਸਾਡੇ ਵਿੱਚ ਦੇਖੋ ਸਾਡੀ ਪੋਪੂਲੇਸ਼ਨ ਕਿੰਨੀ ਹੈ, 130 ਕਰੋੜ ਤੋਂ ਵੀ ਜ਼ਿਆਦਾ ਹੈ। ਹੁਣ ਅਜਿਹੀ ਪੋਜੀਸ਼ਨ ਦੇ ਵਿੱਚ ਸਾਡੇ ਲਈ ਬਹੁਤ ਮੁਸ਼ਕਿਲ ਹੁੰਦਾ ਕਿ ਅਸੀਂ ਸਿੱਧੇ ਤੌਰ 'ਤੇ ਆਪਣੇ ਮੰਤਰੀ ਚੁਣੀਏ। ਠੀਕ ਹੈ, ਇਸ ਲਈ ਕੀ ਕਰਦੇ ਆ, ਹਰੇਕ ਸਟੇਟ ਦੇ ਵਿੱਚ ਇਲੈਕਸ਼ਨਸ ਹੁੰਦੇ ਆ, ਉਹ ਆਪਣੇ ਵਿੱਚੋਂ ਕੁਝ ਪਰਸਨ ਸਿਲੈਕਟ ਕਰਦੇ ਆ, ਜਿਤਾਉਂਦੇ ਆ ਉਹਨਾਂ ਨੂੰ, ਤੇ ਫਿਰ ਉਹ ਜਿੱਤੇ ਹੋਏ ਪਰਸਨ ਕੀ ਕਰਦੇ ਆ, ਸਮਝ ਲਓ ਇਹਨਾਂ ਨੂੰ ਅਸੀਂ ਜਿਤਾਇਆ 3 ਪਰਸਨਸ ਨੂੰ। ਹੁਣ ਇਹ ਤਿੰਨੇ ਪਰਸਨਸ ਆਪਸ ਵਿੱਚ ਡਿਸਕਸ ਕਰਦੇ ਆ, ਜਾਂ ਡਿਸਕਸ਼ਨ ਹੁੰਦੀ ਹੈ ਸਰਕਾਰ ਦੇ ਵਿੱਚ, ਤੇ ਇਹਨਾਂ ਵਿੱਚੋਂ ਕਿਸੇ ਪਰਸਨ ਨੂੰ ਚੱਕ ਕੇ ਅਸੀਂ ਕੇਂਦਰ ਦੇ ਵਿੱਚ ਲਿਆਂਦਾ ਜਾਂਦਾ। ਠੀਕ ਹੈ, ਇਸ ਤਰ੍ਹਾਂ ਅਸੀਂ ਡਾਇਰੈਕਟਲੀ ਨਹੀਂ ਚੁਣਦੇ ਕਿਸੇ ਪਰਸਨ ਨੂੰ। ਸਾਡੇ ਦੇਸ਼ ਦੇ ਵਿੱਚ ਇਨਡਾਇਰੈਕਟ ਹੁੰਦਾ ਹੈ ਲੋਕਤੰਤਰ, ਚੁਣੇ ਤਾਂ ਸਾਡੇ ਵਿੱਚੋਂ ਹੀ ਜਾਂਦੇ ਆ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਅਸੀਂ ਚੁਣਿਆ, ਬਟ ਜਿਨ੍ਹਾਂ ਨੂੰ ਚੁਣਿਆ ਉਹ ਅੱਗੇ ਫੇਰ ਚੁਣ ਕੇ ਅੱਗੇ ਭੇਜਦੇ ਆ। ਠੀਕ ਹੈ, ਇਸ ਤਰ੍ਹਾਂ ਕਿ ਇਹ ਸਿੱਧਾ ਲੋਕਤੰਤਰ ਨਹੀਂ ਹੋਇਆ। ਬਟ ਸਵਿਟਜ਼ਰਲੈਂਡ ਦੇ ਵਿੱਚ ਕੀ ਆ, ਹਜੇ ਵੀ ਜਿਹੜੇ ਲੋਕ ਚੁਣੇ ਜਾਂਦੇ ਆ ਸਰਕਾਰ ਬਣਾਉਣ ਦੇ ਲਈ, ਉਹ ਸਿੱਧੇ ਤੌਰ 'ਤੇ ਚੁਣੇ ਜਾਂਦੇ। ਕਿਉਂ, ਕਿਉਂਕਿ ਉੱਥੇ ਦੀ ਪੋਪੂਲੇਸ਼ਨ ਘੱਟ ਆ। ਠੀਕ ਹੈ, ਜਿਵੇਂ ਆਪਣੀ 130 ਪੋਪੂਲੇਸ਼ਨ ਦੇ ਲਈ ਬਹੁਤ ਮੁਸ਼ਕਿਲ ਆ, 130 ਕਰੋੜ ਪੋਪੂਲੇਸ਼ਨ ਲਈ ਕਿ ਅਸੀਂ ਸਿੱਧੇ ਤੌਰ 'ਤੇ ਸਰਕਾਰ ਚੁਣੀਏ। ਬਟ ਸਵਿਟਜ਼ਰਲੈਂਡ ਦੀ ਪੋਪੂਲੇਸ਼ਨ ਜਿੱਥੇ ਕਿ ਘੱਟ ਜਨਸੰਖਿਆ, ਉੱਥੇ ਹਲੇ ਵੀ ਸਿੱਧਾ ਲੋਕਤੰਤਰ ਹੈ। ਸਿੱਧੇ ਤੌਰ 'ਤੇ ਆਪਣੇ ਪ੍ਰਾਈਮ ਮਿਨਿਸਟਰ ਹੋ ਗਏ ਜਾਂ ਜੋ ਵੀ ਨੇ ਮੈਂਬਰਸ ਆਫ ਪਾਰਲੀਮੈਂਟ, ਉਹ ਚੁਣਦੇ ਆ। ਠੀਕ ਹੈ, ਹੁਣ ਮੈਂ ਤੁਹਾਨੂੰ ਦਿਖਾਵਾਂ ਕਿ ਜਿਹੜਾ ਸਵਿਟਜ਼ਰਲੈਂਡ ਹੈ ਉਹ ਹੈ ਕਿੱਥੇ ਆ। ਆ ਦੇਖੋ ਕੀ ਆ, ਵਰਲਡ ਮੈਪ ਜਿੱਥੇ ਕਿ ਆ ਨਾਰਥ ਅਮਰੀਕਾ, ਸਾਊਥ ਅਮਰੀਕਾ, ਏਸ਼ੀਆ, ਯੂਰਪ, ਅਫਰੀਕਾ, ਆਸਟ੍ਰੇਲੀਆ ਤੇ ਅੰਟਾਰਕਟਿਕਾ। ਇਹ ਕੀ ਨੇ, ਇਹ 7 ਕੀ ਨੇ, ਸਾਡੇ ਕੌਂਟੀਨੈਂਟਸ ਨੇ। ਹੁਣ ਠੀਕ ਹੈ, ਹੁਣ ਸਵਿਟਜ਼ਰਲੈਂਡ ਕਿੱਥੇ ਆ, ਸਵਿਟਜ਼ਰਲੈਂਡ ਸਾਡਾ ਇੱਥੇ ਲਾਈ ਕਰਦਾ, ਇਸ ਜਗ੍ਹਾ ਤੇ। ਠੀਕ ਹੈ, ਹੁਣ ਮੈਂ ਤੁਹਾਨੂੰ ਦੂਸਰੇ ਮੈਪ ਦੇ ਵਿੱਚ ਦਿਖਾਉਂਦੀ ਹਾਂ ਵੀ ਸਵਿਟਜ਼ਰਲੈਂਡ ਹੈ ਕਿੱਥੇ ਆਪਣਾ। ਮੈਂ ਇਸ ਲਈ ਲੈ ਕੇ ਆਈ, ਤੁਹਾਨੂੰ ਪੋਜੀਸ਼ਨ ਦਾ ਵੀ ਪਤਾ ਰਵੇ ਕਿ ਅਸੀਂ ਕਿਸੇ ਦੇਸ਼ ਬਾਰੇ ਗੱਲ ਕਰ ਰਹੇ ਹਾਂ ਤਾਂ ਉਹ ਹੁੰਦਾ ਕਿੱਥੇ ਆ। ਠੀਕ ਹੈ, ਆ ਵੇਖੋ, 1 ਮਿੰਟ, ਹਾਂਜੀ, ਹੁਣ ਕੀ ਆ ਆਪਣਾ ਸਵਿਟਜ਼ਰਲੈਂਡ, ਕੀ ਆ ਰਿਹਾ ਸਵਿਟਜ਼ਰਲੈਂਡ। ਠੀਕ ਹੈ, ਇੱਧਰ ਆਸਟਰੀਆ ਆ, ਇਟਲੀ, ਸਵਿਟਜ਼ਰਲੈਂਡ, ਇਹ ਯੂਰਪ ਦੇ ਵਿੱਚ ਆਉਂਦਾ ਹੈ, ਯੂਰਪ ਕੌਂਟੀਨੈਂਟ ਦੇ ਵਿੱਚ। ਯੂਰਪ ਕੌਂਟੀਨੈਂਟ ਆਈ ਹੋਪ ਤੁਸੀਂ ਦੇਖਿਆ ਸੀ ਕਿੱਥੇ ਸੀ, ਯੂਰਪ ਕੌਂਟੀਨੈਂਟ ਆ ਰਿਹਾ, ਜਿਹੜਾ ਯੂਰਪ ਕੌਂਟੀਨੈਂਟ ਹੈ ਨਾ, ਆ ਯੂਰਪ ਕੌਂਟੀਨੈਂਟ ਆ, ਇਹਦੇ ਵਿੱਚ ਇੱਥੇ ਲਾਈ ਕਰਦਾ ਹੈ ਆਪਣਾ ਸਵਿਟਜ਼ਰਲੈਂਡ। ਠੀਕ ਹੈ, ਚਲੋ ਜੀ ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ। ਹੁਣ ਨੈਕਸਟ ਕੁਐਸਚਨ ਕੀ ਹੈ, ਲੋਕਤੰਤਰ ਦੇ ਹੋਂਦ ਵਿੱਚ ਆਉਣ 'ਤੇ ਨੋਟ ਲਿਖੋ। ਲੋਕਤੰਤਰ ਦੀ ਸ਼ੁਰੂਆਤ ਕਿਵੇਂ ਹੋਈ। ਠੀਕ ਹੈ, ਇਹ ਹੋਂਦ ਵਿੱਚ ਕਿਵੇਂ ਆਈ ਸਾਡੀ ਲੋਕਤੰਤਰ, ਇਹਦੇ ਬਾਰੇ ਪੁੱਛਿਆ ਗਿਆ। ਲੋਕਤੰਤਰ ਦਾ ਆਰੰਭ ਯੂਨਾਨ ਦੇਸ਼ ਦੇ ਸ਼ਹਿਰ ਐਥਨਜ਼ ਵਿੱਚ ਲਗਭਗ 2500 ਸਾਲ ਪਹਿਲਾਂ ਹੋਇਆ। ਹੁਣ ਲੋਕਤੰਤਰ ਦੀ ਸਭ ਤੋਂ ਪਹਿਲੀ ਸ਼ੁਰੂਆਤ ਕਿੱਥੋਂ ਹੋਈ ਸੀ, ਯੂਨਾਨ ਦੇਸ਼ ਵਿੱਚ ਹੋਈ ਸੀ। ਯੂਨਾਨ ਇੱਕ ਦੇਸ਼ ਆ ਤੇ ਐਥਨਜ਼ ਉੱਥੇ ਇੱਕ ਸ਼ਹਿਰ ਆ। ਠੀਕ ਹੈ, ਜਿਵੇਂ ਕਿ ਪੰਜਾਬ ਇੱਕ ਕੀ ਆ, ਪੰਜਾਬ ਇੱਕ ਸਟੇਟ ਆ। ਇੰਡੀਆ ਇੱਕ ਦੇਸ਼ ਆ, ਇੰਡੀਆ ਦੇ ਵਿੱਚ ਪੰਜਾਬ ਆ, ਪੰਜਾਬ ਦੇ ਵਿੱਚ ਲੁਧਿਆਣਾ ਆ। ਠੀਕ ਹੈ, ਇਸੇ ਤਰ੍ਹਾਂ ਕੀ ਆ, ਯੂਨਾਨ ਦੇਸ਼ ਆ, ਯੂਨਾਨ ਦੇਸ਼ ਦੇ ਵਿੱਚ ਕੋਈ ਸਟੇਟ ਹੋਏਗਾ ਜਿਹਦੇ ਵਿੱਚ ਇੱਕ ਸਿਟੀ ਦਾ ਨਾਮ ਹੈ, ਸ਼ਹਿਰ ਦਾ ਨਾਮ ਹੈ ਕੀ ਆ, ਐਥਨਜ਼। ਠੀਕ ਹੈ, ਉੱਥੋਂ ਇਸ ਦੀ ਸ਼ੁਰੂਆਤ ਹੋਈ।
ਉੱਥੋਂ ਦੇ ਲੋਕ ਸਾਲ ਵਿੱਚ ਕਈ ਵਾਰ ਇਕੱਠੇ ਹੋ ਕੇ ਸਭਾ ਕਰਦੇ ਸਨ ਅਤੇ ਫੈਸਲੇ ਕਰਦੇ ਸਨ। ਉਸ ਸਮੇਂ ਸਿੱਧਾ ਲੋਕਤੰਤਰ ਪ੍ਰਚਲਿਤ ਸੀ। ਹੁਣ ਕਿਉਂਕਿ ਸਾਨੂੰ ਪਤਾ 2500 ਸਾਲ ਪਹਿਲਾਂ ਪੋਪੂਲੇਸ਼ਨ ਬਹੁਤ ਘੱਟ ਸੀ, ਠੀਕ ਹੈ। ਫਿਰ ਕੀ ਹੁੰਦਾ ਸੀ, ਘੱਟ ਪੋਪੂਲੇਸ਼ਨ ਸੀ ਤਾਂ ਸਾਲ ਦੇ ਵਿੱਚ ਕਈ ਵਾਰ ਮੀਟਿੰਗਸ ਬੁਲਾਉਂਦੇ ਸੀ, ਲੋਕ ਇਕੱਠੇ ਹੋ ਜਾਂਦੇ ਸੀ ਕਿਸੇ ਇੱਕ ਜਗ੍ਹਾ ਤੇ ਫੈਸਲੇ ਕਰਦੇ ਸੀ ਕਿ ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ, ਕਿਸ ਤਰ੍ਹਾਂ ਕਰਨਾ ਚਾਹੀਦਾ, ਆਪਸ ਵਿੱਚ ਮਿਲ ਕੇ ਫੈਸਲੇ ਲੈਂਦੇ ਸੀ। ਤੇ ਇਸ ਤਰ੍ਹਾਂ ਕੀ ਹੋਇਆ, ਲੋਕਤੰਤਰ ਦੀ ਸ਼ੁਰੂਆਤ ਹੋਈ, ਲੋਕਤੰਤਰ ਦਾ ਜਨਮ ਹੋਇਆ। ਕਿੱਥੋਂ? ਯੂਨਾਨ ਦੇਸ਼ ਦੇ ਸ਼ਹਿਰ ਐਥਨਜ਼ ਵਿੱਚੋਂ, ਠੀਕ ਹੈ। ਹੁਣ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਵੀ ਯੂਨਾਨ ਦੇਸ਼ ਕਿੱਥੇ ਆ ਤੇ ਐਥਨਜ਼ ਕਿੱਥੇ ਆ। ਚਲੋ ਆ ਦੇਖੋ, ਤੁਸੀਂ ਪਹਿਲਾਂ ਤਾਂ ਆਪਾਂ ਦੇਖੇ ਸੀ ਨਾ ਵਰਲਡ ਮੈਪ। ਹੁਣ ਇਸੇ ਯੂਰਪ ਦੇ ਵਿੱਚ ਹੀ ਕੀ ਲਾਈ ਕਰਦਾ, ਆਪਣਾ ਯੂਨਾਨ ਲਾਈ ਕਰਦਾ ਹੈ, ਠੀਕ ਹੈ। ਤੇ ਹੁਣ ਆਪਾਂ ਦੇਖ ਲੈਂਦੇ ਹਾਂ, ਆ ਵੇਖੋ ਆ ਰਿਹਾ ਆਪਣਾ ਯੂਨਾਨ। ਹੁਣ ਕਹੋਗੇ ਯੂਨਾਨ, ਮੈਂ ਗੱਲ ਕਰਦੇ ਹਾਂ ਇੱਥੇ ਗ੍ਰੀਸ ਲਾਇਆ। ਯੂਨਾਨ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆਪਾਂ, ਗ੍ਰੀਸ ਕਹਿੰਦੇ ਹਾਂ, ਠੀਕ ਹੈ। ਆ ਰਿਹਾ ਸੀਰੀਆ, ਟਰਕੀ, ਬਲਗਾਰੀਆ, ਇਟਲੀ ਐਂਡ ਗ੍ਰੀਸ, ਠੀਕ ਹੈ। ਸਵਿਟਜ਼ਰਲੈਂਡ ਕਿੱਥੇ ਸੀ, ਇਟਲੀ ਤੋਂ ਇਸ ਪਾਸੇ ਸੀ, ਹੋਰ ਇੱਧਰ ਜਾਣਾ ਪੈਂਦਾ ਸੀ। ਤੇ ਗ੍ਰੀਸ ਕਿੱਥੇ ਆ, ਆਪਣਾ ਇਟਲੀ ਦੇ ਲੈਫਟ ਸਾਈਡ ਤੇ ਆ, ਠੀਕ ਹੈ। ਨੈਕਸਟ ਕੁਐਸਚਨ ਕੀ ਆ ਆਪਣਾ, ਲੋਕਤੰਤਰ ਸਰਕਾਰ। ਲੋਕਤੰਤਰ ਸਰਕਾਰ ਸਭ ਤੋਂ ਪਹਿਲਾਂ ਕਿਹੜੇ ਦੇਸ਼ ਵਿੱਚ ਸਥਾਪਿਤ ਹੋਈ? ਜਿਹੜੀ ਲੋਕਤੰਤਰ ਸਰਕਾਰ ਸੀ ਸਭ ਤੋਂ ਪਹਿਲਾਂ ਕਿਹੜੇ ਦੇਸ਼ ਵਿੱਚ ਆਈ? ਹੁਣੇ ਆਪਾਂ ਪੜ੍ਹ ਕੇ ਆਏ ਹਾਂ ਕਿ ਲੋਕਤੰਤਰ ਸਰਕਾਰ ਸਭ ਤੋਂ ਪਹਿਲਾਂ ਯੂਨਾਨ ਵਿੱਚ ਆਈ, ਠੀਕ ਹੈ। ਯੂਨਾਨ ਵਿੱਚ ਆਈ, ਕਿਹੜੇ ਸ਼ਹਿਰ ਵਿੱਚ ਆਈ? ਤਾਂ ਐਥਨਜ਼ ਵਿੱਚ ਆਈ, ਓਕੇ। ਸੋ ਨੈਕਸਟ ਕੁਐਸਚਨ ਇਜ਼, ਲੋਕਤੰਤਰ ਸਰਕਾਰ ਦੇ 4 ਵੱਖ-ਵੱਖ ਰੂਪਾਂ ਦੇ ਨਾਲ ਲਿਖੋ। ਹੁਣ ਲੋਕਤੰਤਰ ਜਿਹੜੀ ਸਰਕਾਰ ਹੁੰਦੀ ਹੈ ਉਹਦੇ 4 ਰੂਪ ਨੇ, ਠੀਕ ਹੈ। ਉਹ ਕਿਹੜੇ ਆ? ਸਭ ਤੋਂ ਪਹਿਲਾਂ ਪ੍ਰਧਾਨਾਤਮਕ ਸਰਕਾਰ। ਹੁਣ ਪ੍ਰਧਾਨਾਤਮਕ ਸਰਕਾਰ ਕੀ ਹੁੰਦੀ ਹੈ? ਇਸ ਸਰਕਾਰ ਵਿੱਚ ਦੇਸ਼ ਦਾ ਰਾਸ਼ਟਰਪਤੀ ਸਿੱਧਾ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ। ਇਸ ਤਰ੍ਹਾਂ ਦੀ ਸਰਕਾਰ ਅਮਰੀਕਾ ਵਿੱਚ ਹੈ, ਠੀਕ ਹੈ। ਹੁਣ ਪ੍ਰਧਾਨਾਤਮਕ ਸਰਕਾਰ ਕੀ ਹੁੰਦੀ ਹੈ? ਅਜਿਹੀ ਸਰਕਾਰ ਜਿੱਥੇ ਜਿਹੜੇ ਲੋਕ ਨੇ, ਜਿਹੜੀ ਪਬਲਿਕ ਆ, ਉਹ ਸਿੱਧੇ ਤੌਰ 'ਤੇ ਆਪਣੇ ਰਾਸ਼ਟਰਪਤੀ ਨੂੰ ਚੁਣਦੀ ਹੈ, ਠੀਕ ਹੈ, ਪ੍ਰੈਜ਼ੀਡੈਂਟ ਨੂੰ ਚੁਣਦੀ ਹੈ। ਜਿਵੇਂ ਕਿ ਅਮਰੀਕਾ ਵਿੱਚ ਕੀ ਆ, ਅਮਰੀਕਾ ਦੇ ਵਿੱਚ ਸਿੱਧੇ ਤੌਰ 'ਤੇ ਜਿਹੜੇ ਵੀ ਨਾਗਰਿਕ ਨੇ ਅਮਰੀਕਾ ਦੇ, ਉਹ ਆਪਣੇ ਪ੍ਰੈਜ਼ੀਡੈਂਟ ਨੂੰ ਚੁਣਦੇ ਆ, ਠੀਕ ਹੈ। ਇਸ ਤਰ੍ਹਾਂ ਕੀ ਆ, ਉੱਥੇ ਪ੍ਰਧਾਨਾਤਮਕ ਸਰਕਾਰ ਆ। ਸੰਸਦਾਤਮਕ ਸਰਕਾਰ। ਹੁਣ ਸੰਸਦਾਤਮਕ ਸਰਕਾਰ ਕੀ ਹੈ? ਇਸ ਤਰ੍ਹਾਂ ਦੀ ਸਰਕਾਰ ਵਿੱਚ ਸੰਸਦ ਵਧੇਰੇ ਸ਼ਕਤੀਸ਼ਾਲੀ ਹੁੰਦੀ ਹੈ। ਰਾਜ ਦੀ ਅਸਲੀ ਸ਼ਕਤੀ ਪ੍ਰਧਾਨ ਮੰਤਰੀ ਕੋਲ ਹੁੰਦੀ ਹੈ। ਭਾਰਤ ਵਿੱਚ ਸੰਸਦੀ ਸਰਕਾਰ ਹੈ, ਠੀਕ ਹੈ। ਹੁਣ ਸੰਸਦੀ ਸਰਕਾਰ ਕੀ ਆ? ਸੰਸਦਾਤਮਕ ਸਰਕਾਰ ਅਜਿਹੀ ਸਰਕਾਰ ਜਿੱਥੇ ਕੀ ਹੁੰਦੀ ਆ, ਇੱਕ ਪ੍ਰਧਾਨ ਮੰਤਰੀ ਹੁੰਦਾ ਹੈ, ਠੀਕ ਹੈ, ਜਿਹੜਾ ਬਹੁਤ ਜ਼ਿਆਦਾ ਪਾਵਰਫੁਲ ਹੁੰਦਾ। ਹੁਣ ਜੇ ਮੈਂ ਪ੍ਰਧਾਨਾਤਮਕ ਸਰਕਾਰ ਦੀ ਗੱਲ ਕਰਾਂ, ਇਹਦੀ ਗੱਲ ਕਰਾਂ ਤਾਂ ਇੱਥੇ ਪ੍ਰਧਾਨ ਮੰਤਰੀ ਨਹੀਂ ਹੁੰਦਾ, ਸਭ ਤੋਂ ਜ਼ਿਆਦਾ ਪਾਵਰਫੁਲ ਕੌਣ ਆ? ਰਾਸ਼ਟਰਪਤੀ ਆ, ਠੀਕ ਹੈ। ਬਟ ਸੰਸਦਾਤਮਕ ਸਰਕਾਰ ਦੇ ਵਿੱਚ ਕੀ ਹੈ? ਇੱਥੇ ਇੱਕ ਪ੍ਰਧਾਨ ਮੰਤਰੀ ਹੈ ਜੋ ਸਭ ਤੋਂ ਜ਼ਿਆਦਾ ਪਾਵਰਫੁਲ ਆ। ਵੈਸੇ ਤਾਂ ਸਾਡੇ ਦੇਸ਼ ਵਿੱਚ ਵੀ ਰਾਸ਼ਟਰਪਤੀ ਹੁੰਦੇ ਆ, ਬਟ ਉਹਨਾਂ ਕੋਲ ਜਿਹੜੀਆਂ ਸ਼ਕਤੀਆਂ ਹੁੰਦੀਆਂ ਨੇ ਉਹ ਨਾਮ ਦੀਆਂ ਹੁੰਦੀਆਂ, ਮਤਲਬ ਜੋ ਵੀ ਸ਼ਕਤੀ ਹੁੰਦੀ ਹੈ ਰਾਸ਼ਟਰਪਤੀ ਦੀ, ਉਹ ਯੂਜ਼ ਕੌਣ ਕਰਦਾ ਹੈ? ਪ੍ਰਧਾਨ ਮੰਤਰੀ ਕਰਦਾ ਹੈ, ਠੀਕ ਹੈ। ਇਸ ਲਈ ਸਭ ਤੋਂ ਜ਼ਿਆਦਾ ਜੋ ਸ਼ਕਤੀਸ਼ਾਲੀ ਵਿਅਕਤੀ ਕੌਣ ਹੁੰਦਾ ਸੰਸਦਾਤਮਕ ਸਰਕਾਰ ਦੇ ਵਿੱਚ? ਪ੍ਰਧਾਨ ਮੰਤਰੀ ਹੁੰਦਾ, ਠੀਕ ਹੈ। ਤੇ ਇਸ ਦੇ ਵਿੱਚ ਜਿਹੜੀ ਸੰਸਦ ਆ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੁੰਦੀ ਹੈ। ਸੰਸਦ, ਪਾਰਲੀਮੈਂਟ, ਜਿੱਥੇ ਸਾਰੇ ਮੰਤਰੀ ਬੈਠਦੇ ਆ, ਵਿਚਾਰ ਵਿਮਰਸ਼ ਕਰਦੇ ਆ, ਉਹ ਕੀ ਆ? ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੁੰਦੀ ਆ, ਠੀਕ ਹੈ। ਕੇਂਦਰ ਦੇ ਵਿੱਚ ਜਿਹੜੀ ਸਰਕਾਰ ਹੁੰਦੀ ਹੈ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੁੰਦੀ ਆ। ਅਗਲਾ ਕੀ ਹੈ? ਇਕਾਤਮਕ ਸਰਕਾਰ। ਹੁਣ ਇਸ ਤਰ੍ਹਾਂ ਦੀ ਸਰਕਾਰ ਵਿੱਚ ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਹੁੰਦੀ ਹੈ, ਪਰੰਤੂ ਕੇਂਦਰ ਵੱਧ ਸ਼ਕਤੀਸ਼ਾਲੀ ਹੁੰਦਾ। ਹੁਣ ਇਕਾਤਮਕ ਸਰਕਾਰ ਕੀ ਹੈ? ਅਜਿਹੀ ਸਰਕਾਰ ਜਿਸ ਦੇ ਵਿੱਚ ਕੇਂਦਰ ਦੇ ਵਿੱਚ ਵੀ ਸ਼ਕਤੀਆਂ ਹੁੰਦੀਆਂ ਨੇ ਅਤੇ ਜਿਹੜੇ ਰਾਜ ਨੇ ਉੱਥੇ ਵੀ। ਹੁਣ ਕੇਂਦਰ ਦੇ ਵਿੱਚ ਜੇ ਮੈਂ ਗੱਲ ਕਰਾਂ, ਇੰਡੀਆ ਦੇ ਵਿੱਚ ਕੌਣ ਹੈ ਇਸ ਟਾਈਮ? ਬੀਜੇਪੀ ਦੀ ਸਰਕਾਰ ਆ, ਠੀਕ ਹੈ। ਉਹ ਕੇਂਦਰ ਦੀ ਸ਼ਕਤੀ ਉਹਨਾਂ ਨੂੰ ਕਵਾਂਗੇ, ਠੀਕ ਹੈ। ਬੀਜੇਪੀ ਜਿਹੜੀ ਆ, ਪ੍ਰਧਾਨ ਮੰਤਰੀ ਜਿਹੜੇ ਨੇ ਮੋਦੀ ਸਰਕਾਰ ਦੇ ਵਿੱਚ ਜਿਹੜੇ ਵੀ ਲੋਕ ਨੇ। ਤੇ ਰਾਜਾਂ ਦੇ ਵਿੱਚ ਹੋ ਗਿਆ, ਹੁਣ ਰਾਜ ਦੇ ਵਿੱਚ ਜਿਵੇਂ ਕਿ ਮੈਂ ਗੱਲ ਕਰਾਂ ਪੰਜਾਬ ਦੇ ਵਿੱਚ, ਪੰਜਾਬ ਵਿੱਚ ਕਿਸ ਦੀ ਸਰਕਾਰ ਆ? ਆਪਣੇ ਇੱਥੇ ਕਾਂਗਰਸ ਦੀ ਆ, ਠੀਕ ਹੈ। ਹੁਣ ਇਸ ਤਰ੍ਹਾਂ ਕੇਂਦਰ ਦੇ ਵਿੱਚ ਅਲੱਗ ਸਰਕਾਰ ਆ, ਰਾਜ ਦੇ ਵਿੱਚ ਅਲੱਗ ਸਰਕਾਰ ਆ, ਬਟ ਜਿਹੜੀ ਸਭ ਤੋਂ ਜ਼ਿਆਦਾ ਸ਼ਕਤੀ ਆ ਉਹ ਕਿਹਦੇ ਕੋਲ ਹੁੰਦੀ ਆ? ਕੇਂਦਰ ਸਰਕਾਰ ਕੋਲ ਹੁੰਦੀ ਆ, ਠੀਕ ਹੈ। ਜੇ ਕੇਂਦਰ ਸਰਕਾਰ ਨੇ ਕੋਈ ਲਾਅ ਬਣਾਇਆ, ਰਾਜ ਸਰਕਾਰ ਨੇ ਵੀ ਉਹੀ ਲਾਅ ਬਣਾਇਆ, ਤਾਂ ਅਸੀਂ ਮੰਨਾਂਗੇ ਕਿਸ ਦੀ? ਕੇਂਦਰ ਦੀ ਮੰਨਾਂਗੇ, ਠੀਕ ਹੈ, ਕਿਉਂਕਿ ਉਹ ਜ਼ਿਆਦਾ ਸ਼ਕਤੀਸ਼ਾਲੀ ਹੈ, ਉਹਨੂੰ ਜ਼ਿਆਦਾ ਸ਼ਕਤੀਆਂ ਦਿੱਤੀਆਂ ਗਈਆਂ ਨੇ, ਠੀਕ ਹੈ। ਇਹ ਕਿਸ ਦੇ ਵਿੱਚ ਹੁੰਦਾ? ਇਕਾਤਮਕ ਸਰਕਾਰ ਦੇ ਵਿੱਚ ਹੁੰਦਾ ਹੈ, ਠੀਕ ਹੈ। ਹੁਣ ਸੰਘਾਤਮਕ ਸਰਕਾਰ। ਸੰਘਾਤਮਕ ਸਰਕਾਰ ਕੀ ਹੁੰਦਾ? ਸੰਘਾਤਮਕ ਸਰਕਾਰ ਵਿੱਚ ਵੀ ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਹੁੰਦੀ ਹੈ। ਹਰੇਕ ਰਾਜ ਦੀ ਆਪਣੀ ਸਰਕਾਰ ਹੁੰਦੀ ਹੈ। ਭਾਰਤ ਵਿੱਚ ਵੀ ਸੰਘਾਤਮਕ ਸਰਕਾਰ ਹੈ। ਹੁਣ ਸੰਘਾਤਮਕ ਸਰਕਾਰ ਕੀ ਹੈ? ਅਜਿਹਾ ਸਰਕਾਰ ਜਿੱਥੇ ਕੀ ਹੈ ਸ਼ਕਤੀਆਂ ਜਿਹੜੀਆਂ ਨੇ ਉਹ ਸਰਕਾਰ ਦੇ ਵਿੱਚ ਕੇਂਦਰ ਦੇ ਕੋਲ ਵੀ ਹੁੰਦਾ ਹੈ ਅਤੇ ਰਾਜ ਦੇ ਕੋਲ ਵੀ ਹੁੰਦਾ ਹੈ। ਅਤੇ ਇਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਕੀ ਆ? ਸੰਘਾਤਮਕ ਸਰਕਾਰ ਵੀ ਹੈ ਅਤੇ ਇਕਾਤਮਕ ਸਰਕਾਰ ਵੀ ਮੰਨ ਸਕਦੇ ਹਾਂ, ਓਕੇ। ਤੇ ਇਸ ਤਰ੍ਹਾਂ ਕੀ ਹੋਇਆ?
ਲੋਕਤੰਤਰੀ ਸਰਕਾਰ ਦੀਆਂ ਚਾਰ ਕਿਸਮਾਂ ਨੇ। ਪ੍ਰਧਾਨਾਤਮਕ ਦੇ ਵਿੱਚ ਕੀ ਹੋਊਗਾ, ਰਾਸ਼ਟਰਪਤੀ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੋਊਗਾ, ਜਿਵੇਂ ਕਿ ਅਮਰੀਕਾ ਦੇ ਵਿੱਚ ਆ। ਠੀਕ ਹੈ। ਸੈਕਿੰਡ ਨੰਬਰ ਤੇ ਸੰਸਦਾਤਮਕ ਸਰਕਾਰ ਆ। ਸੰਸਦ ਨਾਮ ਤੋਂ ਹੀ ਪਤਾ ਚੱਲਦਾ ਵੀ ਸੰਸਦ ਜ਼ਿਆਦਾ ਸ਼ਕਤੀਸ਼ਾਲੀ ਹੁੰਦੀ ਆ। ਠੀਕ ਹੈ। ਉਸ ਤੋਂ ਬਾਅਦ ਇਕਾਤਮਕ ਸਰਕਾਰ ਦੇ ਵਿੱਚ ਕੀ ਹੁੰਦਾ ਆ, ਜਿਹੜੀ ਸ਼ਕਤੀ ਆ ਦੋ ਜਣਿਆਂ ਵਿੱਚ ਵੰਡੀ ਹੁੰਦੀ ਹੈ। ਇੱਕ ਤਾਂ ਕੇਂਦਰ ਸਰਕਾਰ ਦੇ ਵਿੱਚ ਤੇ ਦੂਸਰੀ ਰਾਜ ਸਰਕਾਰ ਦੇ ਵਿੱਚ। ਤੇ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਕੌਣ ਹੁੰਦੀ ਹੈ ਦੋਨਾਂ ਵਿੱਚੋਂ, ਕੇਂਦਰ ਸਰਕਾਰ ਜ਼ਿਆਦਾ ਸ਼ਕਤੀਸ਼ਾਲੀ ਹੁੰਦੀ ਹੈ ਇਕਾਤਮਕ ਵਿੱਚ। ਠੀਕ ਹੈ। ਤੇ ਚੌਥੀ ਟਾਈਪ ਸੰਘਾਤਮਕ ਸਰਕਾਰ, ਇਹ ਵੀ ਇਸ ਦੇ ਵਿੱਚ ਵੀ ਸੇਮ ਹੀ ਆ ਕਿ ਜਿਹੜੀ ਸਰਕਾਰ ਆ ਦੋ ਹੁੰਦੀ ਆ, ਇੱਕ ਤਾਂ ਕੇਂਦਰ ਦੇ ਵਿੱਚ ਤੇ ਰਾਜ ਦੇ ਵਿੱਚ। ਠੀਕ ਹੈ। ਇਹ ਚਾਰ ਕਿਸਮਾਂ ਨੇ ਸਾਡੇ ਕੀ ਦੀਆਂ, ਲੋਕਤੰਤਰੀ ਸਰਕਾਰ ਦੀਆਂ। ਓਕੇ। ਤੋ ਹੁਣ ਆਪਾਂ ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ ਕੀ ਆ ਆਪਣਾ, ਲੋਕਤੰਤਰੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਇਸ ਦੀਆਂ, ਲੋਕਤੰਤਰੀ ਸਰਕਾਰ ਦੀਆਂ ਫੀਚਰਸ ਕੀ ਨੇ। ਹੁਣ ਸੂਝਵਾਨ ਨਾਗਰਿਕ, ਸਭ ਤੋਂ ਪਹਿਲਾਂ ਤਾਂ ਜਿਹੜਾ ਨਾਗਰਿਕ ਆ ਉਹ ਸੂਝਵਾਨ ਹੋਣਾ ਚਾਹੀਦਾ ਹੈ। ਠੀਕ ਹੈ। ਜਿਵੇਂ ਲੋਕਤੰਤਰ ਲਈ ਸੂਝਵਾਨ ਅਤੇ ਪੜ੍ਹੇ ਲਿਖੇ ਨਾਗਰਿਕ ਬਹੁਤ ਜ਼ਰੂਰੀ ਹਨ। ਸੂਝਵਾਨ ਨਾਗਰਿਕ ਹੀ ਚੰਗੀ ਸਰਕਾਰ ਦੀ ਚੋਣ ਕਰ ਸਕਦੇ ਹਨ। ਹੁਣ ਜੇ ਨਾਗਰਿਕ ਸੂਝਵਾਨ ਹੋਏਗਾ ਤਾਂ ਹੀ ਉਸ ਨੂੰ ਪਤਾ ਚੱਲੇਗਾ ਕਿ ਜੋ ਪਰਸਨ ਇਲੈਕਸ਼ਨ ਦੇ ਵਿੱਚ ਖੜਾ ਹੋ ਰਿਹਾ ਉਹਦੇ ਵਿੱਚੋਂ ਕਿਹੜਾ ਪਰਸਨ ਠੀਕ ਹੈ, ਕਿਹੜਾ ਜਨਤਾ ਦੀ ਭਲਾਈ ਲਈ ਕੰਮ ਕਰੇਗਾ, ਕਿਹੜਾ ਝੂਠੇ ਵਾਅਦੇ ਕਰ ਰਿਹਾ। ਇਹਨਾਂ ਸਭ ਚੀਜ਼ਾਂ ਬਾਰੇ ਕਿਸ ਨੂੰ ਪਤਾ ਲੱਗੇਗਾ, ਜਿਹੜਾ ਇੱਕ ਸਮਝਦਾਰ ਵਿਅਕਤੀ ਹੋਏਗਾ ਉਸ ਨੂੰ। ਇਸ ਲਈ ਲੋਕਤੰਤਰੀ ਸਰਕਾਰ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈ ਕਿ ਜਿਹੜਾ ਨਾਗਰਿਕ ਆ, ਜਿਹੜੀ ਜਨਤਾ ਹੈ, ਉਹ ਸਮਝਦਾਰ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਕੀ ਹੈ, ਸੂਝਵਾਨ ਅਤੇ ਸਮਝਦਾਰ ਨੇਤਾ। ਜਿਹੜੇ ਨੇਤਾ ਨੇ ਉਹ ਸਮਝਦਾਰ ਹੋਣੇ ਚਾਹੀਦੇ ਆ। ਹੁਣ ਸੂਝਵਾਨ ਨਾਗਰਿਕ ਨੇ, ਹੁਣ ਜਿਹੜੇ ਇਲੈਕਸ਼ਨ ਦੇ ਵਿੱਚ ਖੜੇ ਹੋ ਰਹੇ ਨੇ ਪਰਸਨ, ਉਹ ਵੀ ਸਮਝਦਾਰ ਹੋਣੇ ਚਾਹੀਦੇ, ਚਲਾਕ ਨਹੀਂ ਹੋਣੇ ਚਾਹੀਦੇ, ਸਮਝਦਾਰ ਹੋਣੇ ਚਾਹੀਦੇ ਆ। ਠੀਕ ਹੈ। ਜਿਨ੍ਹਾਂ ਨੂੰ ਪਤਾ ਹੋਏ ਕਿ ਕਿਹੋ ਜਿਹੀ ਨੀਤੀ ਬਣਾਉਣੀ ਚਾਹੀਦੀ ਹੈ, ਕਿਸ ਨਾਲ ਜਨਤਾ ਦੀ ਭਲਾਈ ਹੋ ਸਕਦੀ ਹੈ ਤੇ ਕਿਹੜੀ ਪਾਲਿਸੀ ਲੌਂਗ ਟਰਮ ਵਿੱਚ ਲੋਕਾਂ ਦੇ ਭਲੇ ਲਈ ਕੰਮ ਕਰੇਗੀ। ਠੀਕ ਹੈ। ਇਸ ਤਰ੍ਹਾਂ ਇਹ ਸਭ ਕੁਝ ਸੋਚਣ ਸਮਝਣ ਦੀ ਸ਼ਕਤੀ ਕਿਹਦੇ ਕੋਲ ਹੋਵੇਗਾ, ਜਿਹੜਾ ਸਮਝਦਾਰ ਵਿਅਕਤੀ ਹੋਏਗਾ ਉਹਦੇ ਕੋਲ, ਜਿਹੜਾ ਪੜ੍ਹਿਆ ਲਿਖਿਆ ਹੋਏਗਾ ਉਹਦੇ ਕੋਲ, ਜਿਹੜਾ ਦੂਰ ਬਾਰੇ ਸੋਚ ਸਕਦਾ ਹੋਵੇ, ਫਿਊਚਰ ਬਾਰੇ ਸੋਚ ਸਕਦਾ ਹੈ, ਉਹ ਇਸ ਤਰ੍ਹਾਂ ਦਾ ਵਿਅਕਤੀ ਹੀ ਖੜਾ ਹੋਣਾ ਚਾਹੀਦਾ ਹੈ ਇਲੈਕਸ਼ਨ ਦੇ ਵਿੱਚ। ਇਸ ਲਈ ਜਿਹੜਾ ਨੇਤਾ ਹੈ ਉਹ ਵੀ ਸਮਝਦਾਰ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਕੀ ਆਪਣਾ ਸਮਾਜਿਕ ਅਤੇ ਆਰਥਿਕ ਸਮਾਨਤਾ, ਜਿਹੜੀ ਸਮਾਜਿਕ ਅਤੇ ਆਰਥਿਕ ਸਮਾਨਤਾ ਹੋਣੀ ਚਾਹੀਦੀ ਹੈ। ਹੁਣ ਲੋਕਤੰਤਰ ਵਿੱਚ ਨਾਗਰਿਕਾਂ ਵਿੱਚ ਜਾਤ ਪਾਤ ਧਰਮ ਭਾਸ਼ਾ ਆਦਿ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ, ਸਗੋਂ ਆਰਥਿਕ ਅਤੇ ਸਮਾਜਿਕ ਤੌਰ ਤੇ ਬਰਾਬਰੀ ਹੋਣੀ ਚਾਹੀਦੀ। ਹੁਣ ਅਜਿਹੇ ਸਮਾਜ ਦੇ ਵਿੱਚ ਸਭ ਲੋਕ ਬਰਾਬਰ ਹੋਣੇ ਚਾਹੀਦੇ ਆ। ਠੀਕ ਹੈ। ਕਿਸੇ ਨਾਲ ਕੋਈ ਇਹ ਸਮਝ ਕੇ ਕਿ ਕੋਈ ਮੁਸਲਿਮ ਕਾਸਟ ਦਾ ਹੈ, ਕੋਈ ਹਿੰਦੂ ਦਾ ਹੈ, ਕੋਈ ਸਿੱਖ ਦਾ ਹੈ, ਕੋਈ ਈਸਾਈ ਧਰਮ ਨੂੰ ਬਿਲੋਂਗ ਕਰਦਾ, ਇਹ ਸੋਚ ਕੇ ਨਾ ਭੇਦਭਾਵ ਕਰਨਾ ਚਾਹੀਦਾ ਹੈ ਤੇ ਨਾ ਹੀ ਇਹ ਸੋਚ ਕੇ ਕਿ ਕੋਈ ਵੱਡੀ ਜਾਤ ਦਾ ਹੈ, ਕੋਈ ਉੱਚੀ ਜਾਤ ਦਾ ਹੈ। ਸਭ ਨੂੰ ਇਕੁਅਲ ਸਮਝਣਾ ਚਾਹੀਦਾ ਹੈ। ਠੀਕ ਹੈ। ਲੋਕਤੰਤਰੀ ਸਰਕਾਰ ਦੇ ਵਿੱਚ। ਤੇ ਦੂਸਰਾ ਕੀ ਹੈ, ਸਭ ਆਰਥਿਕ ਸਮਾਨਤਾ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਇੱਕ ਵਿਅਕਤੀ ਬਹੁਤ ਜ਼ਿਆਦਾ ਅਮੀਰ ਹੋਏ, ਦੂਸਰਾ ਵਿਅਕਤੀ ਬਹੁਤ ਜ਼ਿਆਦਾ ਗਰੀਬ ਹੋਏ, ਇਸ ਤਰ੍ਹਾਂ ਦਾ ਵੀ ਨਹੀਂ ਹੋਣਾ ਚਾਹੀਦਾ। ਸਾਰਿਆਂ ਵਿੱਚ ਆਰਥਿਕ ਸਮਾਨਤਾ ਹੋਣੀ ਚਾਹੀਦੀ ਹੈ। ਠੀਕ ਹੈ। ਹੁਣ ਆਪਾਂ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵਿੱਚ। ਇਹ ਸੀ ਆਪਣਾ ਫੀਚਰਸ। ਠੀਕ ਹੈ। ਤੇ ਇਸ ਦੇ ਲਈ ਗਵਰਨਮੈਂਟ ਕੀ ਕਰ ਰਹੀ ਹੈ, ਸਕੂਲਸ ਦੇ ਵਿੱਚ ਜਿਵੇਂ ਸਾਰੇ ਲੋਕਾਂ ਨੂੰ ਬਰਾਬਰ ਓਪਰਚੁਨਿਟੀ ਪ੍ਰਦਾਨ ਕਰ ਰਹੀ ਹੈ ਸਰਕਾਰ, ਕਿ ਸਾਰੇ ਵਿਅਕਤੀ ਪੜ੍ਹੇ ਲਿਖੇ ਹੋਣ। ਹੁਣ ਜਿਹੜੇ ਗਰੀਬ ਵਿਅਕਤੀ ਨੇ ਉਹ ਪ੍ਰਾਈਵੇਟ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਨਹੀਂ ਭੇਜ ਸਕਦੇ, ਇਸ ਲਈ ਸਰਕਾਰ ਕੀ ਆ, ਉਹਨਾਂ ਨੂੰ ਫ੍ਰੀ ਵਿੱਚ ਉਹਨਾਂ ਨੂੰ ਐਜੂਕੇਸ਼ਨ ਦਿੱਤਾ ਜਾ ਰਿਹਾ ਸਰਕਾਰੀ ਸਕੂਲਾਂ ਦੇ ਵਿੱਚ। ਇਹ ਵੀ ਇੱਕ ਤਰੀਕਾ ਹੈ ਸਾਰਿਆਂ ਨੂੰ ਬਰਾਬਰ ਕਰਨ ਦਾ, ਸਮਾਜਿਕ ਸਮਾਨਤਾ ਲੈ ਕੇ ਆਉਣ ਦਾ। ਠੀਕ ਹੈ। ਹੁਣ ਅਗਲਾ ਕੁਐਸਚਨ ਆਪਾਂ ਦੇਖਦੇ ਹਾਂ। ਅਗਲਾ ਕੁਐਸਚਨ ਕੀ ਹੈ, ਸਮਾਜਿਕ ਅਤੇ ਆਰਥਿਕ ਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ, ਮਤਲਬ ਕੀ ਹੈ। ਮੈਂ ਇਹ ਤਾਂ ਦੱਸ ਦਿੱਤਾ ਸਮਾਜਿਕ ਸਮਾਨਤਾ ਕੀ ਹੈ, ਆਰਥਿਕ ਸਮਾਨਤਾ ਕੀ ਹੈ। ਲੋਕਤੰਤਰ ਵਿੱਚ ਨਾਗਰਿਕਾਂ ਵਿੱਚ ਜਾਤ ਪਾਤ ਧਰਮ ਭਾਸ਼ਾ ਆਦਿ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ, ਸਗੋਂ ਆਰਥਿਕ ਅਤੇ ਸਮਾਜਿਕ ਤੌਰ ਤੇ ਬਰਾਬਰੀ ਹੋਣੀ ਚਾਹੀਦੀ ਹੈ। ਸੇਮ ਚੀਜ਼ ਉਹੀ ਹੈ ਜੋ ਮੈਂ ਹੁਣੇ ਤੁਹਾਨੂੰ ਦੱਸ ਕੇ ਆਈ ਹਾਂ ਵੀ ਸਾਰੇ ਲੋਕਾਂ ਨੂੰ ਇੱਕੋ ਜਿਹਾ ਸਮਝਣਾ ਚਾਹੀਦਾ। ਕਿਸੇ ਨੂੰ ਬਹੁਤ ਜ਼ਿਆਦਾ ਸਮਾਜ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਇੱਕ ਵਿਅਕਤੀ ਬਹੁਤ ਜ਼ਿਆਦਾ ਅਮੀਰ ਹੈ, ਦੂਸਰਾ ਬਹੁਤ ਜ਼ਿਆਦਾ ਗਰੀਬ ਆ। ਸਰਕਾਰ ਨੂੰ ਇਸ ਤਰ੍ਹਾਂ ਦੀ ਪੋਲਿਸੀ ਲੈ ਕੇ ਆਉਣੀ ਚਾਹੀਦੀ ਹੈ ਕਿ ਗਰੀਬ ਵਿਅਕਤੀ ਦੀ ਜਿਹੜੀ ਸਥਿਤੀ ਹੈ ਉਹ ਸੁਧਰ ਸਕੇ, ਉਹ ਵੀ ਥੋੜੇ ਅਮੀਰ ਬਣ ਸਕਣ, ਤੇ ਜਿਹੜੇ ਅਮੀਰ ਨੇ ਉਹ ਹੋਰ ਜ਼ਿਆਦਾ ਅਮੀਰ ਬਣਨ ਦੀ ਬਜਾਏ ਇਸ ਤਰ੍ਹਾਂ ਦੀ ਨੀਤੀ ਆਵੇ ਕਿ ਉਹ ਬਹੁਤ ਜ਼ਿਆਦਾ ਵਿਤਕਰਾ ਨਾ ਆਵੇ, ਇੱਕ ਵਿਅਕਤੀ ਬਹੁਤ ਜ਼ਿਆਦਾ ਗਰੀਬ ਤੇ ਦੂਸਰਾ ਵਿਅਕਤੀ ਬਹੁਤ ਜ਼ਿਆਦਾ ਅਮੀਰ ਨਾ ਹੋਏ, ਇਸ ਤਰ੍ਹਾਂ ਦੀ ਪੋਲਿਸੀ ਲੈ ਕੇ ਆਉਣੀ ਚਾਹੀਦੀ ਹੈ ਸਰਕਾਰ ਨੂੰ। ਠੀਕ ਹੈ। ਤੇ ਇਸ ਤੋਂ ਇਲਾਵਾ ਜਿਹੜੇ ਧਰਮ ਭਾਸ਼ਾ ਜਾਤ ਇਹਨਾਂ ਚੀਜ਼ਾਂ ਦੇ ਆਧਾਰ ਤੇ ਭੇਦਭਾਵ ਨਹੀਂ ਕਰਨਾ ਚਾਹੀਦਾ ਹੈ। ਇਸ ਨੂੰ ਕੀ ਕਹਿੰਦੇ ਆਪਾਂ, ਸਮਾਜਿਕ ਅਤੇ ਆਰਥਿਕ ਸਮਾਨਤਾ ਕਹਿੰਦੇ ਹਾਂ। ਅਗਲਾ ਕੁਐਸਚਨ ਕੀ ਹੈ ਆਪਣਾ, ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ ਹਰਮਨ ਪਿਆਰੀ ਕਿਉਂ ਹੈ। ਜਿਹੜੀ ਲੋਕਤੰਤਰੀ ਸਰਕਾਰ ਨੂੰ ਵਧਾਵਾ ਕਿਉਂ ਦਿੱਤਾ ਜਾ ਰਿਹਾ, ਕਿਉਂ ਜ਼ਿਆਦਾਤਰ ਜਿਹੜੇ ਦੇਸ਼ ਨੇ ਉਹ ਲੋਕਤੰਤਰੀ ਸਰਕਾਰ ਨੂੰ ਹੀ ਅਪਣਾ ਰਹੇ ਨੇ। ਹੁਣ
ਸਭ ਤੋਂ ਪਹਿਲੀ ਵਿਸ਼ੇਸ਼ਤਾ ਕੀ ਹੈ ਕਿ ਸਮਾਨਤਾ। ਇਸ ਦੇ ਲੋਕਤੰਤਰੀ ਸਰਕਾਰ ਦੇ ਵਿੱਚ ਕੀ ਹੁੰਦਾ, ਸਾਰੇ ਵਿਅਕਤੀਆਂ ਨੂੰ ਸਮਾਨ ਮੌਕਾ ਮਿਲਦਾ ਹੈ। ਕੋਈ ਵੀ ਵਿਅਕਤੀ ਇਲੈਕਸ਼ਨ ਦੇ ਵਿੱਚ ਖੜਾ ਹੋ ਸਕਦਾ ਹੈ, ਠੀਕ ਹੈ। ਸਾਰਿਆਂ ਨੂੰ ਸਮਾਨ ਸਮਝਿਆ ਜਾਂਦਾ ਹੈ। ਕਿਸੇ ਨੂੰ ਵੋਟਾਂ ਦੇ ਵਿੱਚ ਇਹ ਨਹੀਂ ਸਮਝਿਆ ਜਾਂਦਾ ਕਿ ਕੋਈ ਛੋਟੀ ਕਾਸਟ ਦਾ ਜਾਂ ਕੋਈ ਕਿਸੇ ਧਰਮ ਨੂੰ ਬਿਲੋਂਗ ਕਰਦਾ, ਇਸ ਦੇ ਆਧਾਰ 'ਤੇ ਉਹਨਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਰੱਖਿਆ ਜਾਏ। ਇਸ ਤਰ੍ਹਾਂ ਦੀ ਕੋਈ ਵਿਸ਼ੇਸ਼ਤਾ ਨਹੀਂ ਹੁੰਦੀ ਲੋਕਤੰਤਰੀ ਸਰਕਾਰ ਦੇ ਵਿੱਚ, ਸਾਰਿਆਂ ਨੂੰ ਸਮਾਨ ਮੌਕਾ ਦਿੱਤਾ ਜਾਂਦਾ ਹੈ, ਠੀਕ ਹੈ। ਉਸ ਤੋਂ ਇਲਾਵਾ ਕੀ ਹੈ, ਸੁਤੰਤਰਤਾ। ਲੋਕਾਂ ਨੂੰ ਹਰ ਚੀਜ਼ ਕਰਨ ਦੀ ਸੁਤੰਤਰਤਾ ਹੁੰਦੀ ਹੈ। ਤੁਸੀਂ ਕਿਤੇ ਵੀ ਜਾ ਕੇ ਰਹਿ ਸਕਦੇ ਹੋ, ਕੋਈ ਕਿਸੇ ਵੀ ਸਕੂਲ ਵਿੱਚ ਐਡਮਿਸ਼ਨ ਲੈ ਸਕਦੇ ਹੋ, ਕਿਸੇ ਵੀ ਦੇਸ਼ ਵਿੱਚ ਜਾ ਸਕਦੇ ਹੋ, ਕਿਸੇ ਵੀ ਰਾਜ ਵਿੱਚ ਜਾ ਸਕਦੇ ਹੋ, ਕੋਈ ਵੀ ਕੰਮ ਕਰ ਸਕਦੇ ਹੋ। ਹਰ ਚੀਜ਼ ਦੀ ਤੁਹਾਨੂੰ ਸੁਤੰਤਰਤਾ ਹੁੰਦੀ ਵੀ ਤੁਸੀਂ ਕੀ ਖਾਣਾ ਹੈ, ਕੀ ਪੀਣਾ ਹੈ, ਕੀ ਪਹਿਨਣਾ ਹੈ, ਹਰ ਚੀਜ਼ ਦੀ ਸੁਤੰਤਰਤਾ ਹੁੰਦੀ ਹੈ ਕਿੱਥੇ, ਲੋਕਤੰਤਰੀ ਸਰਕਾਰ ਦੇ ਵਿੱਚ। ਉਸ ਤੋਂ ਬਾਅਦ ਕੀ ਹੈ, ਨਾਗਰਿਕਾਂ ਦੀ ਸਰਗਰਮ ਭੂਮਿਕਾ। ਹੁਣ ਲੋਕਤੰਤਰੀ ਸਰਕਾਰ ਦੇ ਵਿੱਚ ਕੀ ਹੁੰਦਾ, ਸਾਰੇ ਵਿਅਕਤੀ ਸਰਗਰਮ ਭੂਮਿਕਾ ਨਿਭਾਉਂਦੇ ਆ। ਮਤਲਬ ਜਿਹੜੇ ਇਲੈਕਸ਼ਨ ਦੇ ਵਿੱਚ ਨੇਤਾ ਖੜਾ ਹੋ ਰਿਹਾ, ਉਹ ਤਾਂ ਆਪਣੀ ਭੂਮਿਕਾ ਅਦਾ ਕਰ ਹੀ ਰਹੇ ਨੇ, ਪ੍ਰਚਾਰ ਪ੍ਰਸਾਰ ਕਰ ਰਹੇ। ਇਸ ਦੇ ਨਾਲ ਨਾਲ ਜਿਹੜੀ ਆਮ ਜਨਤਾ ਹੈ ਉਹ ਵੀ ਕੀ ਕਰਦੀ ਹੈ, ਇਲੈਕਸ਼ਨਸ ਦੇ ਵਿੱਚ ਆਪਣੀ ਭੂਮਿਕਾ ਨਿਭਾਉਂਦੀ ਹੈ। ਕਿਵੇਂ, ਆਪਣੇ ਲਈ ਸਹੀ ਕੈਂਡੀਡੇਟ ਨੂੰ ਚੁਣ ਕੇ ਇਹ ਦੇਖ ਕੇ ਕਿ ਕਿਹੜਾ ਵਿਅਕਤੀ ਅੱਗੇ ਜਾ ਕੇ ਉਹਨਾਂ ਦੇ ਪੱਲੇ ਲਈ ਕੰਮ ਕਰ ਸਕਦਾ ਹੈ, ਅਤੇ ਕਿਹੜਾ ਵਿਅਕਤੀ ਝੂਠ ਬੋਲ ਰਿਹਾ। ਇਹਨਾਂ ਚੀਜ਼ਾਂ ਬਾਰੇ ਕੌਣ, ਸੂਝਵਾਨ ਜਿਹੜੇ ਨਾਗਰਿਕ ਨੇ ਉਹ ਚੰਗੀ ਤਰ੍ਹਾਂ ਸੋਚ ਸਮਝ ਸਕਦੇ ਨੇ। ਇਸ ਤਰ੍ਹਾਂ ਹਰ ਵਿਅਕਤੀ, ਭਾਵੇਂ ਉਹ ਛੋਟਾ ਹੋਵੇ, ਭਾਵੇਂ ਉਹ ਵੱਡਾ ਹੋਵੇ, ਨੇਤਾ ਹੋਵੇ ਜਾਂ ਆਮ ਵਿਅਕਤੀ ਹੋਵੇ, ਸਾਰਿਆਂ ਦੀ ਆਪਣੀ ਆਪਣੀ ਇੱਕ ਭੂਮਿਕਾ ਹੁੰਦੀ ਹੈ ਲੋਕਤੰਤਰੀ ਸਰਕਾਰ ਦੇ ਵਿੱਚ। ਤੇ ਇਹਨਾਂ ਕਾਰਨਾਂ ਕਰਕੇ ਹੀ ਜਿਹੜੀ ਲੋਕਤੰਤਰੀ ਸਰਕਾਰ ਆ ਅੱਜ ਕੱਲ੍ਹ ਬਹੁਤ ਜ਼ਿਆਦਾ ਹਰਮਨ ਪਿਆਰੀ ਹੋ ਰਹੀ ਹੈ, ਅਤੇ ਬਹੁਤ ਸਾਰੇ ਦੇਸ਼ ਹੁਣ ਇਸ ਪ੍ਰਕਾਰ ਦੀ ਸਰਕਾਰ ਨੂੰ ਹੀ ਆਪਣੇ ਦੇਸ਼ ਵਿੱਚ ਆਉਣ ਦੇ ਰਹੇ ਆ। ਅਗਲਾ ਕੁਐਸਚਨ ਆਪਣਾ, ਕੁਐਸਚਨਸ ਖਤਮ ਹੋ ਗਏ ਨੇ, ਹੁਣ ਖਾਲੀ ਥਾਵਾਂ ਨੇ, ਠੀਕ ਹੈ। ਭਾਰਤ ਵਿੱਚ ਦੇਸ਼ ਦਾ ਮੁਖੀਆ ਰਾਸ਼ਟਰਪਤੀ ਨਿਸ਼ਚਿਤ ਸਮੇਂ ਲਈ ਚੁਣਿਆ ਜਾਂਦਾ, ਇਸ ਲਈ ਭਾਰਤ ਇੱਕ ਦੇਸ਼ ਹੈ। ਹੁਣ ਜਿੱਥੇ ਰਾਸ਼ਟਰਪਤੀ ਆ, ਜਿਸ ਨੂੰ ਚੁਣਿਆ ਗਿਆ, ਕਿਹਨੇ ਚੁਣਿਆ, ਜਨਤਾ ਨੇ ਚੁਣਿਆ। ਜਨਤਾ ਕਿਸ ਸਰਕਾਰ ਵਿੱਚ ਚੁਣਦੀ ਹੈ, ਲੋਕਤੰਤਰੀ ਸਰਕਾਰ ਵਿੱਚ ਚੁਣਦੀ ਹੈ, ਠੀਕ ਹੈ। ਤੇ ਇਸ ਲਈ ਕੀ ਹੈ, ਭਾਰਤ ਇੱਕ ਕੀ ਹੈ, ਲੋਕਤੰਤਰੀ ਦੇਸ਼ ਹੈ। ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦਾ ਨਾਮ ਮਾਤਰ ਮੁਖੀ ਦੇਸ਼ ਹੈ, ਅਤੇ ਰਾਜ ਸਰਕਾਰ ਦਾ ਨਾਮ ਮਾਤਰ ਮੁਖੀ ਦੇਸ਼ ਹੁੰਦਾ ਹੈ। ਜਦ ਮੈਂ ਤੁਹਾਨੂੰ ਕੁਐਸਚਨ ਆਨਸਰ ਕਰਾ ਰਹੀ ਸੀ, ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਪ੍ਰਧਾਨ ਮੰਤਰੀ ਹੁੰਦਾ, ਉਹ ਸਾਡੇ ਦੇਸ਼ ਦਾ ਅਸਲੀ ਕੀ ਹੁੰਦਾ ਹੈ, ਕਾਰਜਕਾਰੀ ਹੁੰਦਾ ਹੈ, ਠੀਕ ਹੈ। ਅਸਲੀ ਸ਼ਕਤੀ ਪ੍ਰਧਾਨ ਮੰਤਰੀ ਦੇ ਕੋਲ ਹੁੰਦੀ ਹੈ, ਤੇ ਨਾ ਮਾਤਰ ਦੀ ਸ਼ਕਤੀ ਮੈਂ ਕਿਹਨੂੰ ਦੱਸਿਆ ਸੀ, ਰਾਸ਼ਟਰਪਤੀ ਕੋਲ ਹੁੰਦੀ ਹੈ, ਠੀਕ ਹੈ। ਰਾਸ਼ਟਰਪਤੀ ਕੋਲ ਜਿਹੜੀਆਂ ਵੀ ਸ਼ਕਤੀਆਂ ਨੇ ਉਸ ਦਾ ਪ੍ਰਯੋਗ ਕੌਣ ਕਰਦਾ ਹੈ, ਸਾਡਾ ਪ੍ਰਧਾਨ ਮੰਤਰੀ ਕਰਦੇ ਨੇ, ਠੀਕ ਹੈ। ਇਹ ਕੇਂਦਰ ਦੇ ਵਿੱਚ ਹੁੰਦਾ। ਇਸੇ ਤਰ੍ਹਾਂ ਰਾਜਾਂ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਰਾਜਪਾਲ ਨੇ ਉਹਨਾਂ ਕੋਲ ਨਾ ਮਾਤਰ ਦੀ ਸ਼ਕਤੀ ਹੁੰਦੀ ਹੈ, ਤੇ ਅਸਲੀ ਸ਼ਕਤੀ ਕਿਹਦੇ ਕੋਲ ਹੁੰਦੀ ਹੈ, ਮੁੱਖ ਮੰਤਰੀ ਕੋਲ ਹੁੰਦੀ ਹੈ, ਠੀਕ ਹੈ। ਹੁਣ ਲੋਕਤੰਤਰ ਦਾ ਆਰੰਭ ਦੇਸ਼ ਵਿੱਚ ਹੋਇਆ। ਹੁਣ ਲੋਕਤੰਤਰ ਦਾ ਆਰੰਭ ਕਿੱਥੋਂ ਹੋਇਆ ਸੀ, ਯੂਨਾਨ ਸ਼ਹਿਰ ਵਿੱਚ ਹੋਇਆ ਸੀ, ਤੇ ਸਿਟੀ ਦਾ ਨਾਮ ਯੂਨਾਨ ਦੇਸ਼ ਵਿੱਚ ਹੋਇਆ ਸੀ, ਠੀਕ ਹੈ। ਤੇ ਸਿਟੀ ਦਾ ਕੀ ਨਾਮ ਸੀ, ਐਥਨਜ਼ ਸੀ, ਠੀਕ ਹੈ। ਹੁਣ ਨੈਕਸਟ, ਦੇਸ਼ ਹੀ ਅਜਿਹਾ ਦੇਸ਼ ਹੈ ਜਿੱਥੇ ਅੱਜ ਵੀ ਸਿੱਧਾ ਲੋਕਤੰਤਰ ਹੈ। ਹੁਣ ਜਦ ਆਪਾਂ ਕੁਐਸਚਨ ਆਨਸਰ ਕਰ ਰਹੇ ਸੀ, ਕਿਸ ਦੇਸ਼ ਦਾ ਨਾਮ ਦੱਸਿਆ ਸੀ ਮੈਂ ਵੀ ਕਿੱਥੇ ਸਿੱਧਾ ਲੋਕਤੰਤਰ ਹੈ, ਸਵਿਟਜ਼ਰਲੈਂਡ ਦੇ ਵਿੱਚ, ਠੀਕ ਹੈ। ਮੈਪ ਦੇ ਵਿੱਚ ਵੀ ਆਪਾਂ ਦੇਖਿਆ ਸੀ। ਉਸ ਤੋਂ ਬਾਅਦ ਲੋਕਤੰਤਰ ਦੇ ਮੁੱਢਲੇ ਆਦਰਸ਼ ਦੇਸ਼ ਅਤੇ ਦੇਸ਼ ਹਨ। ਹੁਣ ਲੋਕਤੰਤਰ ਦੇ ਵਿੱਚ ਕਿਹੜੇ ਆਦਰਸ਼ ਨੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੱਤਾ ਜਾਂਦਾ, ਇੱਕ ਤਾਂ ਸਮਾਨਤਾ, ਦੂਸਰਾ ਸੁਤੰਤਰਤਾ, ਵੀ ਸਾਰੇ ਵਿਅਕਤੀ ਸਮਾਨ ਹੋਣੇ ਚਾਹੀਦੇ ਆ, ਸਾਰੇ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ। ਇਹ ਦੋ ਮੁੱਢਲੇ ਕੀ ਨੇ, ਲੋਕਤੰਤਰ ਦੇ ਆਦਰਸ਼ ਨੇ। ਅੱਗੇ ਹੁਣ ਆਪਾਂ ਦੇਖਦੇ ਹਾਂ ਕੁਐਸਚਨ ਆਨਸਰ, ਖਾਲੀ ਥਾਵਾਂ ਵੀ ਹੋ ਗਿਆ, ਸਹੀ ਗਲਤ। ਭਾਰਤ ਇੱਕ ਲੋਕਤੰਤਰੀ ਗਣਰਾਜ ਹੈ। ਭਾਰਤ ਇੱਕ ਲੋਕਤੰਤਰੀ ਗਣਰਾਜ ਹੈ, ਸਹੀ, ਬਿਲਕੁਲ ਸਹੀ ਹੈ ਕਿ ਸਾਡਾ ਦੇਸ਼ ਹੈ ਇੱਕ ਲੋਕਤੰਤਰੀ ਗਣਰਾਜ ਹੈ। ਸਵਿਟਜ਼ਰਲੈਂਡ ਹੀ ਅਜਿਹਾ ਦੇਸ਼ ਹੈ ਜਿੱਥੇ ਅੱਜ ਵੀ ਸਿੱਧਾ ਲੋਕਤੰਤਰ ਹੁਣੇ ਆਪਾਂ ਕਰਕੇ ਆਏ ਹਾਂ, ਇਹ ਵੀ ਸਹੀ ਹੈ। ਉਸ ਤੋਂ ਬਾਅਦ ਸਾਡੇ ਦੇਸ਼ ਵਿੱਚ ਵੋਟ ਪਾਉਣ ਦਾ ਅਧਿਕਾਰ ਕੁਝ ਬਾਲਗਾਂ ਨੂੰ ਹੀ ਪ੍ਰਾਪਤ ਹੈ। ਕਿ ਸਾਡੇ ਦੇਸ਼ ਵਿੱਚ ਕੁਝ ਲੋਕਾਂ ਨੂੰ ਹੀ ਵੋਟ ਦਾ ਅਧਿਕਾਰ ਦਿੱਤਾ ਗਿਆ, ਨਹੀਂ, ਇਹ ਤਾਂ ਬਿਲਕੁਲ ਗਲਤ ਹੈ। 18 ਸਾਲ ਤੋਂ ਉੱਪਰ ਹਰ ਵਿਅਕਤੀ, ਚਾਹੇ ਉਹ ਜੋ ਵੀ ਹੋਵੇ, ਉਸਨੂੰ ਅਸੀਂ ਵੋਟ ਦੇਣ ਦਾ ਅਧਿਕਾਰ ਦਿੱਤਾ ਹੋਇਆ, ਇਸ ਲਈ ਸਾਰਿਆਂ ਨੂੰ ਪ੍ਰਾਪਤ ਹੈ ਇਹ ਅਧਿਕਾਰ, ਠੀਕ ਹੈ। ਲੋਕਤੰਤਰੀ ਦੇਸ਼ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ। ਹੁਣ ਕਾਨੂੰਨ ਦਾ ਰਾਜ ਹੁੰਦਾ ਲੋਕਤੰਤਰੀ ਦੇਸ਼ ਵਿੱਚ। ਸਾਡੇ ਦੇਸ਼ ਵਿੱਚ ਲੋਕਤੰਤਰੀ ਸਰਕਾਰ, ਆਪਣੇ ਦੇਸ਼ ਵਿੱਚ ਦੇਖ ਲਓ ਕਿ ਸਾਡੇ ਦੇਸ਼ ਵਿੱਚ ਕਾਨੂੰਨ ਹੈ, ਕਾਨੂੰਨ ਦਾ ਰਾਜ ਹੈ, ਬਿਲਕੁਲ ਹੈ। ਇਸ ਲਈ ਕੀ ਹੈ, ਲੋਕਤੰਤਰੀ ਦੇਸ਼ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ। ਨੈਕਸਟ ਕੀ ਹੈ, ਆਧੁਨਿਕ ਲੋਕਤੰਤਰ ਦੀ ਸਥਾਪਨਾ ਪਹਿਲਾਂ ਫਰਾਂਸ ਦੇਸ਼ ਵਿੱਚ ਹੋਈ ਸੀ, ਪਹਿਲਾਂ ਫਰਾਂਸ ਵਿੱਚ ਹੋਈ ਸੀ, ਗਲਤ। ਆਪਾਂ ਹੁਣੇ ਪੜ੍ਹ ਕੇ ਆਏ ਕਿੱਥੇ ਹੋਈ ਸੀ, ਐਥਨਜ਼ ਵਿੱਚ ਹੋਈ ਸੀ। ਚਲੋ ਹੁਣ ਆਪਾਂ ਅੱਗੇ ਵਧਦੇ ਹਾਂ। ਨੈਕਸਟ ਕੁਐਸਚਨ ਕੀ ਹੈ, MCQ ਨੇ, ਬਹੁ ਵਿਕਲਪੀ ਪ੍ਰਸ਼ਨ, ਠੀਕ ਹੈ। ਹਾਂਜੀ, ਤੇ ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ, ਇਹ ਕਿਸ ਦੇ ਕਥਨ ਹਨ। ਇਹ ਸ਼ਬਦ ਕਿਸ ਨੇ ਕਹੇ ਹੈ, ਕਿਸ ਦੁਆਰਾ ਇਹ ਸ਼ਬਦ ਕਿਹਾ ਗਿਆ, ਤਾਂ ਇਹ ਕਿਹਨੇ ਕਿਹਾ ਸੀ, ਇਬਰਾਹਿਮ ਲਿੰਕਨ ਦੁਆਰਾ ਕਹੇ ਗਏ ਸ਼ਬਦ ਨੇ ਇਹ।
ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਗਿਆ ਹੈ? ਕਿਹਨੂੰ ਵਧੀਆ ਮੰਨਿਆ ਗਿਆ? ਤਾਨਾਸ਼ਾਹੀ ਸਰਕਾਰ, ਸੈਨਿਕ ਸ਼ਾਸਨ ਜਾਂ ਲੋਕਤੰਤਰੀ ਸਰਕਾਰ? ਕਿਹਨੂੰ ਵਧੀਆ ਮੰਨਿਆ ਗਿਆ ਹੈ? ਲੋਕਤੰਤਰੀ ਸਰਕਾਰ ਨੂੰ। ਠੀਕ ਹੈ। ਸੰਸਦੀ ਲੋਕਤੰਤਰੀ ਸਰਕਾਰ ਵਾਲੇ ਦੇਸ਼ਾਂ ਵਿੱਚ ਦੇਸ਼ ਦੇ ਮੁਖੀ ਕਿੰਨੀ ਤਰ੍ਹਾਂ ਦੇ ਹੁੰਦੇ ਨੇ? ਕਿੰਨੀ ਤਰ੍ਹਾਂ ਦੇ ਹੁੰਦੇ ਆ ਸੰਸਦੀ ਲੋਕਤੰਤਰ ਦੇ ਵਿੱਚ? 2 ਤਰ੍ਹਾਂ ਦੇ ਹੁੰਦੇ ਆ ਨਾ ਦੇਸ਼ ਦੇ ਮੁਖੀ, ਇੱਕ ਨਾਮਾਤਰ ਦਾ, ਇੱਕ ਅਸਲੀ। ਠੀਕ ਹੈ। ਨਾਮਾਤਰ ਦਾ ਰਾਸ਼ਟਰਪਤੀ ਤੇ ਅਸਲੀ ਕੌਣ ਆ? ਪ੍ਰਧਾਨ ਮੰਤਰੀ। ਠੀਕ ਹੈ। ਤੇ ਮੈਂ ਤੁਹਾਨੂੰ ਜੇ ਥੋੜਾ ਜਿਹਾ ਕਰੈਕਸ਼ਨ ਕਰ ਦੇਵਾਂ, ਮੈਂ ਤੁਹਾਨੂੰ ਜਦ ਮੈਪ ਕਰਵਾ ਰਹੀ ਸੀ, ਮੈਪ ਕਿੱਥੇ ਗਿਆ ਆਪਣਾ? ਹਾਂਜੀ, ਮੈਂ ਇੱਥੇ ਕੀ ਕੀਤਾ ਸੀ, ਮੈਂ ਤੁਹਾਨੂੰ ਕਿਹਾ ਸੀ ਗ੍ਰੀਸ ਜਿਹੜਾ ਹੈ ਉਹ ਇਟਲੀ ਦੇ ਕਿੱਥੇ ਹੈ? ਲੈਫਟ ਦੇ ਵਿੱਚ ਹੈ। ਐਕਚੁਅਲੀ ਇਹ ਰਾਈਟ ਦੇ ਵਿੱਚ ਹੈ। ਠੀਕ ਹੈ। ਥੋੜੀ ਜੀ ਸਲਿਪ ਆਫ ਟੰਗ ਹੋ ਗਿਆ ਸੀ। ਚਲੋ ਜੀ, ਹੁਣ ਆਪਾਂ ਅੱਗੇ ਵਧਦੇ ਹਾਂ। ਪੰਜਾਬੀ ਮੀਡੀਅਮ ਦੇ ਕੁਐਸਚਨ ਆਨਸਰ ਖਤਮ ਹੋ ਗਏ, ਹੁਣ ਮੈਂ ਇੰਗਲਿਸ਼ ਮੀਡੀਅਮ 'ਚ ਡਿਸਕਸ ਕਰਨ ਜਾ ਰਹੀ ਹਾਂ। ਠੀਕ ਹੈ। ਆਪਾਂ ਜਲਦੀ ਜਲਦੀ ਇੰਗਲਿਸ਼ ਮੀਡੀਅਮ ਦੇ ਵੀ ਕਰ ਲੈਂਦੇ ਹਾਂ। ਸੋ ਸਭ ਤੋਂ ਪਹਿਲਾ ਕੁਐਸਚਨ ਕੀ ਹੈ? ਵਟ ਡੂ ਯੂ ਅੰਡਰਸਟੈਂਡ ਬਾਏ ਡੈਮੋਕ੍ਰੇਸੀ? ਡੈਮੋਕ੍ਰੇਸੀ ਤੋਂ ਤੁਸੀਂ ਕੀ ਸਮਝਦੇ ਹੋ? ਮੀਨਿੰਗ ਕੀ ਹੈ ਡੈਮੋਕ੍ਰੇਸੀ ਦਾ? ਜਿਵੇਂ ਕਿ ਹੁਣੇ ਮੈਂ ਦੱਸ ਕੇ ਆਈ ਹਾਂ, ਡੈਮੋਕ੍ਰੇਸੀ ਇਜ਼ ਅ ਫਾਰਮ ਆਫ ਗਵਰਨਮੈਂਟ ਵਿਚ ਇਜ਼ ਇਲੈਕਟਡ ਬਾਏ ਦਾ ਪੀਪਲ। ਇਸ ਤਰ੍ਹਾਂ ਦੀ ਸਰਕਾਰ ਜਿਸ ਨੂੰ ਲੋਕਾਂ ਦੁਆਰਾ ਇਲੈਕਟ ਕੀਤਾ ਜਾਂਦਾ ਹੈ। ਇਲੈਕਟ ਮਤਲਬ ਇਲੈਕਸ਼ਨਸ ਦੇ ਵਿੱਚ ਵੋਟ ਦੇ ਕੇ ਚੁਣਿਆ ਜਾਂਦਾ ਹੈ, ਉਸਨੂੰ ਆਪਾਂ ਕੀ ਕਹਿੰਦੇ ਹਾਂ? ਡੈਮੋਕ੍ਰੇਸੀ ਕਹਿੰਦੇ ਹਾਂ। ਓਕੇ। ਨੈਕਸਟ ਕੁਐਸਚਨ ਕੀ ਹੈ? ਵਟ ਡੂ ਯੂ ਨੋ ਅਬਾਊਟ ਦਾ ਰੂਲ ਆਫ ਲੋ? ਰੂਲ ਆਫ ਲੋ, ਲੋ ਕਾਨੂੰਨ, ਸ਼ਾਸਨ, ਇਸ ਤੋਂ ਤੁਸੀਂ ਕੀ ਸਮਝਦੇ ਹੋ? ਠੀਕ ਹੈ। ਕਾਨੂੰਨ ਦੇ ਸ਼ਾਸਨ ਤੋਂ ਕੀ ਸਮਝਦੇ ਹੋ? ਰੂਲ ਆਫ ਲੋ। ਰੂਲ ਆਫ ਲੋ ਮੀਨਸ that the administration is run by the certain laws and rules, ਕਿ ਜਿਹੜਾ ਐਡਮਿਨਿਸਟ੍ਰੇਸ਼ਨ ਆ, ਪ੍ਰਸ਼ਾਸਨ ਆ, ਉਹ ਕੁਝ ਰੂਲਸ ਦੇ ਅਕੋਰਡਿੰਗ ਚਲਾਇਆ ਜਾ ਰਿਹਾ ਹੈ। ਠੀਕ ਹੈ। ਇਸ ਨੂੰ ਆਪਾਂ ਕੀ ਕਹਿੰਦੇ ਹਾਂ? ਰੂਲ ਆਫ ਲੋ ਕਹਿੰਦੇ ਹਾਂ। ਜਿਵੇਂ ਕਿ ਹੁਣ ਸਾਡੇ ਨਾਲ ਕੁਝ ਵੀ ਗਲਤ ਹੁੰਦਾ, ਅਸੀਂ ਕੀ ਕਰਦੇ ਹਾਂ? ਅਸੀਂ ਕੋਰਟ ਦੇ ਵਿੱਚ ਜਾਂਦੇ ਹਾਂ, ਅਸੀਂ ਪੁਲਿਸ ਦੇ ਕੋਲ ਜਾਂਦੇ ਹਾਂ। ਕਿਉਂ? ਕਿਉਂਕਿ ਕੁਝ ਰੂਲਸ ਬਣੇ ਹੋਏ ਆ, ਸਾਨੂੰ ਪਤਾ ਕਿ ਸਾਡੇ ਨਾਲ ਗਲਤ ਹੋਇਆ ਤਾਂ ਉਹ ਸਾਡੀ ਕਾਨੂੰਨ ਜਿਹੜੇ ਉਹ ਸਾਡੀ ਸੁਣਨਗੇ, ਕੋਰਟ ਸਾਡੇ ਪੱਖ ਵਿੱਚ ਫੈਸਲਾ ਦੇਗਾ। ਤੇ ਇਸ ਤਰ੍ਹਾਂ ਕੁਝ ਨਾ ਕੁਝ ਨਿਯਮ ਬਣੇ ਹੋਏ ਆ ਜਿਸ ਦੇ ਅਨੁਸਾਰ ਸਾਡੇ ਦੇਸ਼ ਦਾ ਸ਼ਾਸਨ ਚੱਲਦਾ। ਇਹਨੂੰ ਹੀ ਆਪਾਂ ਕੀ ਕਹਿੰਦੇ ਹਾਂ? ਰੂਲ ਆਫ ਲੋ ਕਹਿੰਦੇ ਹਾਂ। ਠੀਕ ਹੈ। ਡੈਮੋਕ੍ਰੇਸੀ। ਹੁਣ ਤੁਸੀਂ ਆਹ ਦੇਖ ਲਓ, ਪਾਰਲੀਮੈਂਟ ਦੀ ਫੋਟੋ ਆ। ਠੀਕ ਹੈ। ਇਸ ਦੇ ਵਿੱਚ ਤੁਸੀਂ ਆਹ ਜਿਹੜਾ ਦੇਖ ਰਹੇ ਹੋ ਨਾ, ਪਰਸਨਸ ਦੀ ਫੋਟੋ ਦਿਖਾਈ ਗਈ ਹੈ ਕਿ ਉਹਨਾਂ ਨੇ ਇਸ ਸੰਸਦ ਨੂੰ ਆਪਣੇ ਹੱਥਾਂ ਤੇ ਚੁੱਕਿਆ ਹੋਇਆ। ਇਹ ਯੂਨਿਟੀ ਨੂੰ ਸ਼ੋਅ ਕਰ ਰਿਹਾ। ਠੀਕ ਹੈ, ਕਿ ਅਸੀਂ ਸਾਰਿਆਂ ਨੇ ਇਸ ਸੰਸਦ ਨੂੰ ਬਣਾਇਆ, ਇਹ ਸਾਡੇ ਪੱਖ ਵਿੱਚ ਕੰਮ ਕਰੇਗਾ। ਇਸ ਮੈਸੇਜ ਨੂੰ ਸ਼ੋਅ ਕੀਤਾ ਜਾ ਰਿਹਾ ਇਸ ਦੇ ਵਿੱਚ, ਇਹ ਰੀਅਲ ਦੇ ਵਿੱਚ ਆ। ਠੀਕ ਹੈ। ਨੈਕਸਟ ਕੁਐਸਚਨ ਇਜ਼ what is the importance of universal adult franchise? Universal adult franchise ਦਾ ਮਤਲਬ ਕੀ ਆ? People elect the government by casting their votes. If a government does not work as per the will of the citizens, they can change the government. Universal adult franchise ਦਾ ਮਤਲਬ ਕੀ ਹੈ? ਕਿ ਜੇ ਗਵਰਨਮੈਂਟ ਉਹਨਾਂ ਦੇ ਅਕੋਰਡਿੰਗ ਕੰਮ ਨਹੀਂ ਕਰ ਰਹੀ ਤਾਂ ਉਹ ਕੀ ਕਰਦੇ ਆ? ਇਲੈਕਸ਼ਨਸ ਦੇ ਵਿੱਚ ਆਪਣੀ ਵੋਟ ਦੇ ਆਧਾਰ ਤੇ ਉਹ ਉਸ ਗਵਰਨਮੈਂਟ ਨੂੰ ਚੇਂਜ ਕਰ ਦਿੰਦੇ ਆ। ਠੀਕ ਹੈ। ਜਿਨ੍ਹਾਂ ਨੂੰ ਉਹਨਾਂ ਨੇ ਚੁਣਿਆ ਹੁੰਦਾ, ਜੇ ਉਹਨਾਂ ਦੇ ਪੱਖ ਵਿੱਚ ਕੰਮ ਨਹੀਂ ਕਰਦੀ ਤਾਂ ਉਸਨੂੰ ਚੇਂਜ ਕਰ ਦਿੰਦੇ ਆ ਆਪਣੇ ਵੋਟਾਂ ਦੇ ਆਧਾਰ ਤੇ। ਠੀਕ ਹੈ। ਇਸ ਨੂੰ ਆਪਾਂ ਕੀ ਕਹਿੰਦੇ? ਯੂਨੀਵਰਸਲ ਅਡਲਟ ਫਰੈਂਚਾਈਜ਼ ਕਹਿੰਦੇ ਆ। ਅਗਲਾ ਕੁਐਸਚਨ ਕੀ ਆ? ਵਟ ਇਜ਼ ਦਾ ਇੰਪੋਰਟੈਂਸ ਆਫ ਪਬਲਿਕ ਓਪੀਨੀਅਨ ਇਨ ਡੈਮੋਕ੍ਰੇਸੀ? ਡੈਮੋਕ੍ਰੇਸੀ ਦੇ ਵਿੱਚ ਪਬਲਿਕ ਓਪੀਨੀਅਨ ਦਾ ਕੀ ਮਹੱਤਵ ਹੈ? ਪਬਲਿਕ ਓਪੀਨੀਅਨ ਮਤਲਬ ਜਿਹੜੀ ਜਨਤਾ ਦੀ ਆ, ਉਹਨਾਂ ਦੀ ਰਾਏ ਦਾ, ਉਹਨਾਂ ਦੇ ਸੁਝਾਵਾਂ ਦਾ ਕੀ ਇੰਪੋਰਟੈਂਸ ਹੁੰਦਾ ਹੈ? Public opinion is the will of the citizens of a country. If a government does not work as per the will of the citizens, they can change the government. Opinion ਕੀ ਹੈ? ਕਿ ਸਾਡੀ ਇੱਛਾ, ਅਸੀਂ ਕੀ ਚਾਹ ਰਹੇ ਹਾਂ, ਅਸੀਂ ਸਾਡੇ ਲਈ ਕਿਸ ਤਰ੍ਹਾਂ ਦੀ ਐਜੂਕੇਸ਼ਨ ਚਾਹੁੰਦੇ ਹਾਂ, ਅਸੀਂ ਸਾਡੇ ਲਈ ਕਿਸ ਤਰ੍ਹਾਂ ਦਾ ਕਿੱਤਾ ਚਾਹੁੰਦੇ ਹਾਂ, ਅਸੀਂ ਕਿਸ ਤਰ੍ਹਾਂ ਦੀ ਕਲਚਰ ਨੂੰ ਅਡੋਪਟ ਕਰਨਾ ਚਾਹ ਰਹੇ, ਇਹ ਸਭ ਸਾਡੀ ਇੱਛਾ ਹੁੰਦੀ ਆ। ਠੀਕ ਹੈ। ਜਨਤਾ ਦੀ ਇੱਛਾ ਹੁੰਦੀ ਆ, ਕਿਸੇ ਇੱਕ ਵਿਅਕਤੀ ਦੀ, ਜਨਤਾ ਦੀ ਇੱਛਾ ਹੁੰਦੀ ਆ। ਠੀਕ ਹੈ। ਨਾਗਰਿਕਾਂ ਦੀ ਇੱਛਾ ਹੁੰਦੀ ਆ। ਤੇ ਇਸ ਦੇ ਅਕੋਰਡਿੰਗ ਜੇ ਕੋਈ ਕੰਟਰੀ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਗਵਰਨਮੈਂਟ ਨਹੀਂ ਚੱਲਦੀ ਤਾਂ ਅਸੀਂ ਕੀ ਕਰਦੇ ਹਾਂ? ਉਸਨੂੰ ਚੇਂਜ ਕਰ ਦਿੰਦੇ ਹਾਂ। ਠੀਕ ਹੈ। ਇਹੀ ਕੀ ਆ? ਓਪੀਨੀਅਨ ਹੁੰਦੀ ਹੈ ਪਬਲਿਕ ਦੀ। ਤੇ ਇਸ ਦਾ ਇੰਪੋਰਟੈਂਸ ਕੀ ਹੋਇਆ? ਕਿ ਅਸੀਂ ਸਰਕਾਰ ਨੂੰ ਬਦਲਣ ਦੀ ਸ਼ਕਤੀ ਰੱਖਦੇ ਹਾਂ। ਠੀਕ ਹੈ। ਇਨ ਵਿਚ ਕੰਟਰੀ ਦੇਅਰ ਇਜ਼ ਸਟਿਲ ਡਾਇਰੈਕਟ ਡੈਮੋਕ੍ਰੇਸੀ? ਡਾਇਰੈਕਟ ਡੈਮੋਕ੍ਰੇਸੀ ਜਿੱਥੇ ਸਿੱਧੇ ਤੌਰ ਤੇ ਸਰਕਾਰ ਨੂੰ ਚੁਣਿਆ ਜਾ ਰਿਹਾ, ਰਾਸ਼ਟਰਪਤੀ ਨੂੰ ਚੁਣਿਆ ਜਾ ਰਿਹਾ, ਪ੍ਰਧਾਨ ਮੰਤਰੀ ਨੂੰ ਸਿੱਧੇ ਲੋਕਾਂ ਦੁਆਰਾ ਚੁਣਿਆ ਜਾ ਰਿਹਾ, ਉਸਨੂੰ ਉਹ ਇਸ ਤਰ੍ਹਾਂ ਦਾ ਸ਼ਾਸਨ ਕਿੱਥੇ ਆ? ਸਵਿਟਜ਼ਰਲੈਂਡ ਦੇ ਵਿੱਚ ਆ। ਠੀਕ ਹੈ। ਸਵਿਟਜ਼ਰਲੈਂਡ ਕਿੱਥੇ ਆ? ਮੈਂ ਤੁਹਾਨੂੰ ਪਹਿਲਾਂ ਹੀ ਦਿਖਾ ਚੁੱਕੀ ਹਾਂ, ਇਸ ਲਈ ਮੈਂ ਦੁਬਾਰਾ ਨਹੀਂ ਦਿਖਾ ਰਹੀ। ਠੀਕ ਹੈ। ਨੈਕਸਟ ਕੁਐਸਚਨ ਕੀ ਹੈ? ਰਾਈਟ ਸ਼ੋਰਟ ਕੁਐਸਚਨਸ ਆਪਣੇ ਵੈਰੀ ਸ਼ੋਰਟ ਖਤਮ ਹੋ ਗਿਆ, ਹੁਣ 50-60 ਵਰਡਸ ਦੇ ਨੇ। ਰਾਈਟ ਸ਼ੋਰਟ ਨੋਟ ਔਨ ਦਾ ਐਮਰਜੈਂਸ ਆਫ ਡੈਮੋਕ੍ਰੇਸੀ? ਡੈਮੋਕ੍ਰੇਸੀ ਦਾ ਐਮਰਜੈਂਸ ਕਿੱਥੋਂ ਹੋਇਆ? ਕਿੱਥੋਂ ਉਤਪੰਨ ਹੋਇਆ? ਕਿੱਥੋਂ ਪੈਦਾ ਹੋਇਆ? ਸ਼ੁਰੂਆਤ ਕਿੱਥੋਂ ਹੋਈ ਆ?
डेमोक्रेसी ओरिजिनेटेड इन ग्रीक सिटी ऑफ एथेंस अराउंड 205 ईयर्स अगो। ठीक है, 2500 ਸਾਲ ਪਹਿਲਾਂ ਇਸ ਦਾ ਜਨਮ ਹੋਇਆ, ਸ਼ੁਰੂਆਤ ਹੋਈ ਇਹਦੀ ਕਿੱਥੇ? ਗ੍ਰੀਕ ਸਿਟੀ, ਗ੍ਰੀਕ ਯਾਨੀ ਕਿ ਯੂਨਾਨ ਸਿਟੀ, ਯੂਨਾਨ ਦੇਸ਼ ਦੇ ਸਿਟੀ एथेंस ਦੇ ਵਿੱਚ। ਠੀਕ ਹੈ, ਯੂਨਾਨ ਦੇਸ਼ ਆ ਤੇ एथेंस ਕੀ ਆ? ਸ਼ਹਿਰ ਆ। ਤੋਂ ਇਸ ਦੀ ਸ਼ੁਰੂਆਤ ਹੋਈ। People of Athens used to get together at one place many times a year where they used to frame laws। ਕੀ ਕਰਦੇ ਸੀ? ਸਾਲ ਦੇ ਵਿੱਚ ਪੀਪਲ ਇਕੱਠੇ ਹੁੰਦੇ ਸੀ ਤੇ ਮੀਟਿੰਗਸ ਕਰਦੇ ਸੀ, ਕੀ ਕਰੀਏ ਕੀ ਨਾ ਕਰੀਏ, ਜੇ ਕੁਝ ਕਰਨਾ ਤਾਂ ਕਿਸ ਤਰ੍ਹਾਂ ਕਰੀਏ, ਇਸ ਤਰ੍ਹਾਂ ਰਾਏ ਮਸ਼ਵਰਾ ਕਰਦੇ ਸੀ ਆਪਸ ਵਿੱਚ ਮਿਲ ਜੁਲ ਕੇ। ਤੇ ਇਸ ਤਰ੍ਹਾਂ ਕੀ ਹੋਇਆ? ਡੈਮੋਕ੍ਰੇਸੀ ਦੀ ਸ਼ੁਰੂਆਤ ਹੋਈ। ਵੇਅਰ ਐਂਡ ਵੈਨ ਡੈਮੋਕ੍ਰੇਸੀ ਐਮਰਜਡ, ਹੁਣੇ ਆਪਾਂ ਕੀਤਾ ਕਿੱਥੇ ਐਮਰਜ ਹੋਈ ਹੈ, ਕਿੱਥੋਂ ਉਤਪੰਨ ਹੋਈ ਹੈ? ਗ੍ਰੀਕ ਦੇ ਸਿਟੀ ਐਥਨਸ ਵਿੱਚੋਂ 2500 ਸਾਲ ਪਹਿਲਾਂ ਇਹ ਜਨਮ ਲਿੱਤਾ ਡੈਮੋਕ੍ਰੇਸੀ ਨੇ। ਠੀਕ ਹੈ, ਨੈਕਸਟ ਕੁਐਸਚਨ ਇਜ਼ ਰਾਈਟ ਨੇਮ ਆਫ 4 ਟਾਈਪਸ ਆਫ ਡੈਮੋਕ੍ਰੇਸੀ ਔਨ ਦਾ ਬੇਸਿਸ ਆਫ ਕਲਾਸੀਫਿਕੇਸ਼ਨ। ਡੈਮੋਕ੍ਰੇਸੀ ਨੂੰ ਅਸੀਂ ਜੋ ਕਲਾਸੀਫਾਈ ਕੀਤਾ ਹੈ 4 ਕੈਟੇਗਰੀਜ਼ ਦੇ ਵਿੱਚ, ਉਹ ਕਿਹੜੇ ਕਿਹੜੇ ਨੇ? ਪਾਰਲੀਮੈਂਟਰੀ ਨਾਮ ਤੋਂ ਹੀ ਪਤਾ ਲੱਗ ਰਿਹਾ ਵੀ ਪਾਰਲੀਮੈਂਟ ਜਿਹੜੀ ਆ ਉਹ ਜ਼ਿਆਦਾ ਸ਼ਕਤੀਸ਼ਾਲੀ ਹੋਏਗੀ। In this form of government, parliament is more powerful. Prime minister is the real head of government। ठीक है, ਪਾਰਲੀਮੈਂਟ ਜ਼ਿਆਦਾ ਸ਼ਕਤੀਸ਼ਾਲੀ ਹੋਏਗੀ ਤੇ ਅਸਲੀ ਮੁਖੀਆ ਕੌਣ ਹੋਏਗਾ? ਅਸਲੀ ਲੀਡਰ ਕੌਣ ਹੋਏਗਾ? ਜਿਹੜਾ ਪੀਐਮ ਹੋਏਗਾ, ਪ੍ਰਧਾਨ ਮੰਤਰੀ ਹੋਏਗਾ। ਠੀਕ ਹੈ, ਜਿਵੇਂ ਕਿ ਜੋ ਸਾਡੇ ਦੇਸ਼ ਦੇ ਵਿੱਚ ਇਸ ਟਾਈਮ ਕੌਣ ਨੇ? ਨਰਿੰਦਰ ਮੋਦੀ। ਠੀਕ ਹੈ, ਉਸ ਤੋਂ ਬਾਅਦ ਪ੍ਰੈਜ਼ੀਡੈਂਸ਼ੀਅਲ ਨਾਮ ਤੋਂ ਪਤਾ ਲੱਗ ਰਿਹਾ ਪ੍ਰੈਜ਼ੀਡੈਂਟ, ਜਿੱਥੇ ਪ੍ਰੈਜ਼ੀਡੈਂਟ ਜ਼ਿਆਦਾ ਪਾਵਰਫੁਲ ਹੋਏਗਾ। ਠੀਕ ਹੈ, ਇਨ ਦਿਸ ਫਾਰਮ ਆਫ ਗਵਰਨਮੈਂਟ ਪ੍ਰੈਜ਼ੀਡੈਂਟ ਇਜ਼ ਮੋਰ ਪਾਵਰਫੁਲ, ਹੀ ਇਜ਼ ਦਾ ਰੀਅਲ ਹੈਡ ਆਫ ਗਵਰਨਮੈਂਟ। ਤੇ ਸਰਕਾਰ ਦਾ ਅਸਲੀ ਹੈਡ ਕੌਣ ਆ? ਅਸਲੀ ਮੁਖੀਆ ਕੌਣ ਆ ਜਿਹਦੇ ਅਕੋਰਡਿੰਗ ਸਰਕਾਰ ਚੱਲਦੀ ਹੈ? ਕੌਣ ਆ? ਪ੍ਰੈਜ਼ੀਡੈਂਟ ਆ। ਠੀਕ ਹੈ, ਉਸ ਤੋਂ ਬਾਅਦ ਫੈਡਰਲ ਦੇ ਵਿੱਚ ਕੀ ਹੋਏਗਾ? ਇਨ ਦਿਸ ਫਾਰਮ ਪਾਵਰਸ ਆਰ ਡਿਵਾਈਡਡ ਇਨਟੂ ਸੈਂਟਰਲ ਗਵਰਨਮੈਂਟ ਐਂਡ ਸਟੇਟ ਗਵਰਨਮੈਂਟ। Every state has its own government and constitution is written and rigid। ਕੀ ਆ? ਫੈਡਰਲ ਗਵਰਨਮੈਂਟ ਇਸ ਤਰ੍ਹਾਂ ਦੀ ਹੁੰਦੀ ਹੈ ਜਿੱਥੇ ਜਿਹੜੀ ਸਰਕਾਰ ਆ ਦੋ ਭਾਗਾਂ ਵਿੱਚ ਡਿਵਾਈਡਡ ਹੁੰਦੀ ਹੈ। ਇੱਕ ਤਾਂ ਸੈਂਟਰ ਜਿਸ ਦੇ ਅਕੋਰਡਿੰਗ ਪੂਰੇ ਦੇਸ਼ ਦਾ ਸ਼ਾਸਨ ਚੱਲਦਾ। ਦੂਸਰੀ ਕੀ ਆ? ਸਟੇਟ। ਠੀਕ ਹੈ, ਜਿਸ ਦੇ ਅਕੋਰਡਿੰਗ ਪਰਟੀਕੂਲਰ ਸਟੇਟਸ ਦੇ ਵਿੱਚ ਚੱਲਦਾ ਆ। ਠੀਕ ਹੈ, ਹੁਣ ਜਿਵੇਂ ਕਿ ਮੈਂ ਐਗਜ਼ਾਮਪਲ ਦੇਵਾਂ ਇੰਡੀਆ ਦੇ ਵਿੱਚ ਕੇਂਦਰ ਦੀ ਸਰਕਾਰ, ਜਿਵੇਂ ਕਿ ਬੀਜੇਪੀ ਦੀ ਸਰਕਾਰ ਹੈ ਇਸ ਟਾਈਮ ਤੇ, ਉਹ ਪੂਰੇ ਦੇਸ਼ 'ਤੇ ਸ਼ਾਸਨ ਚੱਲ ਰਹੀ ਹੈ। ਜੇ ਕੇਂਦਰ ਨੇ ਕੋਈ ਲਾਅ ਬਣਾਇਆ ਪੂਰੇ ਦੇਸ਼ 'ਤੇ ਲਾਗੂ ਹੋਏਗਾ। ਠੀਕ ਹੈ, ਤੇ ਇਸ ਦੇ ਨਾਲ ਹਰ ਰਾਜ ਦੀ ਆਪਣੀ ਸਰਕਾਰ ਹੁੰਦੀ ਹੈ। ਜਿਵੇਂ ਉੱਤਰ ਪ੍ਰਦੇਸ਼ ਦੀ ਆਪਣੀ ਸਰਕਾਰ ਹੈ, ਪੰਜਾਬ ਦੀ ਆਪਣੀ ਸਰਕਾਰ ਆ, ਵੈਸਟ ਬੰਗਾਲ ਦੀ ਆਪਣੀ ਸਰਕਾਰ ਆ। ਠੀਕ ਹੈ, ਉਹਨਾਂ ਦੇ ਆਪਣੇ ਲਾਅਜ਼ ਨੇ, ਆਪਣੇ ਨਿਯਮਸ ਨੇ। ਠੀਕ ਹੈ, ਇਸ ਤਰ੍ਹਾਂ ਸ਼ਕਤੀ ਦੋ ਭਾਗਾਂ ਵਿੱਚ ਡਿਵਾਈਡਡ ਹੁੰਦੀ ਹੈ, ਇੱਕ ਤਾਂ ਕੇਂਦਰ ਦੇ ਵਿੱਚ, ਦੂਸਰਾ ਰਾਜ ਦੇ ਵਿੱਚ। ਠੀਕ ਹੈ, ਇਸ ਨੂੰ ਆਪਾਂ ਕੀ ਕਹਿੰਦੇ? ਫੈਡਰਲ ਸਿਸਟਮ ਕਹਿੰਦੇ। ਪਰ ਜਿਹੜੀ ਕੇਂਦਰ ਆ ਉਹ ਜ਼ਿਆਦਾ ਸ਼ਕਤੀਸ਼ਾਲੀ ਹੁੰਦੀ ਹੈ। ਠੀਕ ਹੈ, ਫੋਰ ਐਗਜ਼ਾਮਪਲ ਹੁਣ ਮੈਂ ਕਹਿੰਦੀ ਹਾਂ ਜਿਹੜੇ ਕਿਸਾਨ ਬਿੱਲ ਆਏ ਸੀ ਉਹ ਬਣਾਇਆ ਕਿਹਨੇ ਸੀ? ਕੇਂਦਰ ਨੇ ਬਣਾਏ ਸੀ, ਇਸ ਲਈ ਉਹ ਪੂਰੇ ਦੇਸ਼ 'ਤੇ ਲਾਗੂ ਹੋ ਰਿਹਾ ਸੀ। ਇਸੇ ਲਈ ਇੰਨੇ ਦਿਨਾਂ ਤੱਕ ਜਿਹੜੇ ਪੰਜਾਬ ਦੇ ਕਿਸਾਨ ਨੇ ਜਾਂ ਹੋਰ ਕਿਤੇ ਦੇ ਕਿਸਾਨ ਨੇ ਉਹਨੇ ਧਰਨਾ ਦਿੱਤਾ। ਕਿਉਂਕਿ ਜਿਹੜੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਸੀ ਉਹ ਉਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਸ਼ਕਤੀ ਸੀ ਉਸ ਦੇ ਕੋਲ ਨਹੀਂ ਸੀ। ਕਿਉਂਕਿ ਜਿਹੜੀ ਸਾਡੇ ਰਾਜ ਦੀ ਸਰਕਾਰ ਆ ਉਹ ਘੱਟ ਸ਼ਕਤੀਸ਼ਾਲੀ ਹੈ ਕੇਂਦਰ ਦੇ। ਰਾਜ ਸਰਕਾਰ ਨੂੰ, ਕੇਂਦਰ ਸਰਕਾਰ ਨੇ ਜੇ ਕੋਈ ਲਾਅ ਬਣਾਇਆ ਤਾਂ ਉਸਨੂੰ ਮੰਨਣਾ ਪੈਂਦਾ। ਇਸੇ ਲਈ ਜਿਹੜੇ ਕਿਸਾਨ ਨੇ ਉਹਨਾਂ ਨੇ ਇੰਨੇ ਦਿਨ ਤੱਕ ਧਰਨਾ ਲਾਇਆ ਤਾਂ ਜੋ ਇਸ ਬਿੱਲ ਨੂੰ ਵਾਪਸ ਲਿਆ ਜਾਏ। ਤੇ ਹੁਣ ਜਦ ਕੇਂਦਰ ਸਰਕਾਰ ਨੇ ਇਸ ਬਿੱਲ ਵਾਪਸ ਲੈ ਲਿੱਤਾ ਤਾਂ ਹੁਣ ਇਹ ਪੂਰੇ ਦੇਸ਼ 'ਤੇ ਲਾਗੂ ਨਹੀਂ ਹੋਏਗਾ। ਠੀਕ ਹੈ, ਇਸ ਤਰ੍ਹਾਂ ਪਤਾ ਲੱਗਦਾ ਕਿ ਸ਼ਕਤੀ ਤਾਂ ਦੋਨਾਂ ਕੋਲ ਆ, ਕੇਂਦਰ ਕੋਲ ਵੀ, ਰਾਜ ਕੋਲ ਵੀ, ਬਟ ਜਿਹੜੀ ਜ਼ਿਆਦਾ ਸ਼ਕਤੀ ਆ ਉਹ ਕੇਂਦਰ ਦੇ ਕੋਲ ਹੁੰਦੀ ਹੈ। ਜੇ ਕੇਂਦਰ ਨੇ ਕੁਝ ਕਿਹਾ ਤਾਂ ਤੁਹਾਨੂੰ ਮੰਨਣਾ ਹੀ ਪੈਣਾ ਹੈ। ਠੀਕ ਹੈ, ਇਸੇ ਤਰ੍ਹਾਂ ਕੀ ਹੈ? ਯੂਨਿਟਰੀ ਵਿੱਚ ਕੀ ਹੋਏਗਾ? ਇਸ ਦੇ ਵਿੱਚ ਵੀ ਜਿਹੜੀ ਪਾਵਰ ਆ ਉਹ ਦੋ ਡਿਵਾਈਡਡ ਹੁੰਦੀ ਆ, ਸੈਂਟਰ ਦੇ ਵਿੱਚ ਤੇ ਗਵਰਨਮੈਂਟ ਦੇ ਵਿੱਚ, ਸਟੇਟ ਦੇ ਵਿੱਚ। ਠੀਕ ਹੈ, ਬਟ ਕੀ ਆ? ਸੈਂਟਰ ਜ਼ਿਆਦਾ ਪਾਵਰਫੁਲ ਹੁੰਦੀ ਆ। ਠੀਕ ਹੈ, ਲਗਭਗ ਸੇਮ ਹੀ ਨੇ ਉਹ ਦੋਨੇ। ਤੇ ਸਾਡੇ ਇੰਡੀਆ ਦੇ ਵਿੱਚ ਕੀ ਆ? ਸਾਡੇ ਇੰਡੀਆ ਦੇ ਵਿੱਚ ਪਾਰਲੀਮੈਂਟਰੀ ਸਿਸਟਮ ਵੀ ਆਪਾਂ ਕਹਿ ਸਕਦੇ ਹਾਂ, ਯੂਨਿਟਰੀ ਸਿਸਟਮ ਵੀ ਆਪਾਂ ਕਹਿ ਸਕਦੇ ਹਾਂ, ਤੇ ਫੈਡਰਲ ਵੀ ਆਪਾਂ ਕਹਿ ਸਕਦੇ ਹਾਂ। ਠੀਕ ਹੈ, ਹੁਣ ਅਗਲਾ ਕੁਐਸਚਨ ਕੀ ਹੈ? ਰਾਈਟ ਅਬਾਊਟ ਐਨੀ 2 ਫੀਚਰਸ ਆਫ ਦਾ ਡੈਮੋਕ੍ਰੇਸੀ। ਡੈਮੋਕ੍ਰੇਸੀ ਦੇ 2 ਫੀਚਰ ਦੱਸਣੇ ਆ, ਦੱਸ ਦਿਓ। ਐਨਲਾਈਟਡ ਸਿਟੀਜ਼ਨਸ, ਜਿਹੜੇ ਸਿਟੀਜ਼ਨਸ ਨੇ ਐਨਲਾਈਟਡ ਹੋਣੇ ਚਾਹੀਦੇ ਆ। ਓਨਲੀ ਐਨਲਾਈਟਡ ਐਂਡ ਐਜੂਕੇਟਡ ਸਿਟੀਜ਼ਨਸ ਕੈਨ ਇਲੈਕਟ ਅ ਗੁੱਡ ਗਵਰਨਮੈਂਟ। ਜਿਹੜੇ ਸਿਟੀਜ਼ਨ ਨੇ, ਜਿਹੜੀ ਜਨਤਾ ਹੈ ਉਹ ਪੜ੍ਹੀ ਲਿਖੀ ਹੋਏਗੀ ਤਾਂ ਹੀ ਉਹ ਚੰਗੇ ਲੋਕਾਂ ਨੂੰ ਚੁਣੇਗੀ ਆਪਣੇ ਲਈ। ਠੀਕ ਹੈ, ਸ਼ਾਸਨ ਕਰਨ ਦੇ ਲਈ। ਮੈਚਿਓਰਡ ਲੀਡਰਸ਼ਿਪ, ਜਿਹੜਾ ਲੀਡਰਸ਼ਿਪ ਆ ਉਹ ਮੈਚਿਓਰ ਹੋਣਾ ਚਾਹੀਦਾ, ਸਮਝਦਾਰ ਹੋਣਾ ਚਾਹੀਦਾ, ਸੂਝਵਾਨ ਹੋਣਾ ਚਾਹੀਦਾ, ਤਾਂ ਹੀ ਉਹ ਚੰਗੇ ਲਾਅਜ਼ ਬਣਾ ਸਕੇਗਾ। ਠੀਕ ਹੈ, ਕੀ ਸਹੀ ਹੈ ਕੀ ਗਲਤ ਆ, ਕਿਸ
ਕੋਈ ਕੰਮ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ, ਇਹ ਸਭ ਕੁਝ ਜੇ ਵਿਅਕਤੀ ਸੂਝਵਾਨ ਹੋਏਗਾ ਤਾਂ ਹੀ ਡਿਸਾਈਡ ਕਰ ਸਕੇਗਾ। ਠੀਕ ਹੈ, ਇਸ ਲਈ ਜਿਹੜਾ ਲੀਡਰ ਆ ਉਹ ਵੀ ਇੱਕ ਮੈਚਿਓਰ ਹੋਣਾ ਚਾਹੀਦਾ, ਸਮਝਦਾਰ ਹੋਣਾ ਚਾਹੀਦਾ ਹੈ। ਓਕੇ, ਅਗਲਾ ਕੁਐਸਚਨ ਕੀ ਹੈ, ਰਾਈਟ ਯੋਰ ਵਿਊਜ਼ ਅਬਾਊਟ ਇਕਨੋਮਿਕ ਐਂਡ ਸੋਸ਼ਲ ਇਕੁਐਲਿਟੀ। ਇਕਨੋਮਿਕ ਤੇ ਸੋਸ਼ਲ ਇਕੁਐਲਿਟੀ ਕੀ ਹੁੰਦੀ ਆ? There should be no discrimination in the social economic field on the basis of caste, creed and languages। ਕੀ ਹੈ? ਇਕਨੋਮਿਕ ਦੇ ਆਧਾਰ ਤੇ ਜਿਵੇਂ ਅਮੀਰ ਗਰੀਬ ਦੇ ਹਿਸਾਬ ਨਾਲ, ਛੋਟੀ ਜਾਤ ਵੱਡੀ ਜਾਤ ਦੇ ਹਿਸਾਬ ਨਾਲ, ਕਾਸਟ ਦੇ ਅਕੋਰਡਿੰਗ, ਇਸ ਤਰ੍ਹਾਂ ਦਾ ਕੋਈ ਰੰਗ ਦੇ ਹਿਸਾਬ ਨਾਲ ਵੀ, ਕੋਈ ਕਾਲਾ ਹੈ, ਕੋਈ ਗੋਰਾ ਹੈ, ਕੋਈ ਕਿਸ ਤਰ੍ਹਾਂ ਦਾ ਹੈ, ਇਸ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ। ਇਸੇ ਨੂੰ ਆਪਾਂ ਕੀ ਕਹਿੰਦੇ, ਇਕਨੋਮਿਕ ਐਂਡ ਸੋਸ਼ਲ ਇਕੁਐਲਿਟੀ ਕਹਿੰਦੇ ਆ। ਠੀਕ ਹੈ, ਅਗਲਾ ਕੁਐਸਚਨ ਹੈ ਆਪਣਾ, when democracy is the most popular form of government in modern times। ਅੱਜ ਦੇ ਸਮੇਂ ਦੇ ਵਿੱਚ ਜਿਹੜਾ ਡੈਮੋਕ੍ਰੇਸੀ ਆ ਉਹ ਇੰਨਾ ਜ਼ਿਆਦਾ ਪੋਪੂਲਰ ਕਿਉਂ ਹੋ ਰਿਹਾ ਕਿ ਹਰ ਦੇਸ਼ ਇਸ ਨੂੰ ਅਡੋਪਟ ਕਰਨਾ ਚਾਹ ਰਿਹਾ ਹੈ। ਠੀਕ ਹੈ, ਇਨ ਡੈਮੋਕ੍ਰੇਸੀ ਦੇयर ਇਜ਼ ਰੂਲ ਆਫ ਲਾਅ। ਕਾਨੂੰਨ ਦਾ ਸ਼ਾਸਨ ਹੁੰਦਾ। ਜੇ ਕਿਸੇ ਨੇ ਗਲਤ ਕੀਤਾ ਤਾਂ ਉਸ ਨੂੰ ਸਜ਼ਾ ਮਿਲਦੀ ਹੈ, ਜੇ ਕਿਸੇ ਨੇ ਸਹੀ ਕੀਤਾ ਤਾਂ ਉਸ ਨੂੰ ਛੱਡਣਾ ਪੈਂਦਾ ਸਰਕਾਰ ਨੂੰ, ਜੋ ਮਰਜ਼ੀ ਹੋ ਜੇ। ਠੀਕ ਹੈ, ਜੇ ਕਿਸੇ ਸਹੀ ਪਰਸਨ ਨੂੰ ਅਰੈਸਟ ਕੀਤਾ ਗਿਆ, ਤੁਸੀਂ ਸਰਕਾਰ ਦੇ ਕੋਲ ਜਾ ਸਕਦੇ ਹੋ, ਹਾਈ ਕੋਰਟ ਕੋਲ ਜਾ ਸਕਦੇ ਹੋ, ਸੁਪਰੀਮ ਕੋਰਟ ਦੇ ਕੋਲ ਜਾ ਸਕਦੇ ਹੋ। ਠੀਕ ਹੈ, ਇਸ ਤਰ੍ਹਾਂ ਜਿਹੜਾ ਲੋਕ ਕਾਨੂੰਨ ਦੀ ਪਾਲਣਾ ਹੁੰਦੀ ਹੈ ਲੋਕਤੰਤਰੀ ਸਰਕਾਰ ਦੇ ਵਿੱਚ। ਪੀਪਲ ਆਰ ਫ੍ਰੀ ਫਰੋਮ ਐਂਡ ਟਾਈਪ ਆਫ ਪ੍ਰੈਸ਼ਰ ਦੇ ਕੈਨ ਅਡੋਪਟ ਐਨੀ ਪ੍ਰੋਫੈਸ਼ਨ। ਜਿਹੜੇ ਪੀਪਲ ਨੇ ਕਿਸੇ ਵੀ ਡੈਮੋਕ੍ਰੈਟਿਕ ਕੰਟਰੀ ਦੇ, ਉਹ ਹਰ ਤਰੀਕੇ ਨਾਲ ਫਰੀडम ਹੁੰਦੀ ਹੈ, ਉਹਨਾਂ ਨੂੰ ਹਰ ਚੀਜ਼ ਲਈ ਉਹ ਫਰੀ ਹੁੰਦੀ ਹੈ, ਕੁਝ ਵੀ ਕਰਨ ਦੇ ਲਈ, ਕੋਈ ਵੀ ਪ੍ਰੋਫੈਸ਼ਨ ਅਡੋਪਟ ਕਰਨ ਦੇ ਲਈ, ਕਿਤੇ ਵੀ ਆਉਣ ਦੇ ਲਈ, ਕਿਤੇ ਵੀ ਜਾਣ ਦੇ ਲਈ, ਹਰ ਤਰੀਕੇ ਨਾਲ ਉਹਨਾਂ ਨੂੰ ਫਰੀडम ਹੁੰਦੀ ਹੈ। ਪੀਪਲ ਪਾਰਟੀਸਪੇਟ ਐਕਟਿਵਲੀ ਇਨ ਦਾ ਵਰਕਿੰਗ ਆਫ ਦਾ ਗਵਰਨਮੈਂਟ। ਜਿਹੜੀ ਸਰਕਾਰ ਕੰਮ ਕਰ ਰਹੀ ਹੁੰਦੀ ਹੈ ਉਸ ਦੇ ਵਿੱਚ ਇਕੁਅਲੀ ਪਾਰਟੀਸਪੇਟ ਕਰਦੇ ਆ ਜਿਹੜੇ ਆਮ ਲੋਕ ਹੁੰਦੇ ਆ। ਠੀਕ ਹੈ, ਇਸ ਤਰ੍ਹਾਂ ਇਹ ਕੀ ਹੈ, ਡੈਮੋਕ੍ਰੇਸੀ ਇਹਨਾਂ ਰੀਜ਼ਨਸ ਕਰਕੇ ਹੀ ਡੈਮੋਕ੍ਰੇਸੀ ਇੰਨੀ ਜ਼ਿਆਦਾ ਪੋਪੂਲਰ ਹੋ ਰਹੀ ਹੈ। ਅਗਲਾ ਹੁਣ ਆਪਣਾ ਆ ਗਿਆ ਟਰੂ ਫਾਲਸ। ਇੰਡੀਆ ਇਜ਼ ਅ ਡੈਮੋਕ੍ਰੈਟਿਕ ਰਿਪਬਲਿਕ। ਹੁਣੇ ਆਪਾਂ ਡਿਸਕਸ ਕੀਤਾ ਸੀ, ਸਹੀ ਹੈ ਇਹ। ਨੈਕਸਟ, ਸਵਿਟਜ਼ਰਲੈਂਡ ਇਜ਼ ਦਾ ਓਨਲੀ ਕੰਟਰੀ ਵੇਅਰ ਦੇयर ਇਜ਼ ਅ ਡਾਇਰੈਕਟ ਡੈਮੋਕ੍ਰੇਸੀ। ਸਵਿਟਜ਼ਰਲੈਂਡ ਹੀ ਇੱਕ ਇਕਲੌਤੀ ਅਜਿਹੀ ਕੰਟਰੀ ਹੈ ਜਿੱਥੇ ਹੁਣ ਡਾਇਰੈਕਟ ਡੈਮੋਕ੍ਰੇਸੀ ਪਾਈ ਜਾ ਰਹੀ ਹੈ। ਬਿਲਕੁਲ ਸਹੀ। The caste vote is a universal adult franchise to only some persons। ਸਿਰਫ ਕੁਝ ਲੋਕਾਂ ਨੂੰ ਹੀ ਵੋਟ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ। ਗਲਤ, ਸਾਰਿਆਂ ਨੂੰ ਦਿੱਤਾ ਗਿਆ ਜੋ ਵੀ 18 ਇਅਰਸ ਤੋਂ ਅਬਵ ਨੇ। ਠੀਕ ਹੈ, ਇਨ ਅ ਡੈਮੋਕ੍ਰੈਟਿਕ ਕੰਟਰੀ ਰੂਲ ਆਫ ਲਾਅ ਪ੍ਰੀਵੇਲਸ। ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਰੂਲ ਆਫ ਲਾਅ ਪ੍ਰੀਵੇਲ ਕਰਦੀ ਆ, ਲਾਗੂ ਹੁੰਦੀ ਆ, ਕਾਨੂੰਨ ਦੀ ਪਾਲਣਾ ਹੁੰਦੀ ਆ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ। ਬਿਲਕੁਲ ਸਹੀ ਹੁੰਦੀ ਆ। ਨੈਕਸਟ ਕੀ ਆ, ਮਾਡਰਨ ਡੈਮੋਕ੍ਰੇਸੀ ਹੈਜ਼ ਐਮਰਜਡ ਫਸਟਲੀ ਇਨ ਫਰਾਂਸ। ਸਭ ਤੋਂ ਪਹਿਲਾਂ ਜਿਹੜੀ ਮਾਡਰਨ ਡੈਮੋਕ੍ਰੇਸੀ ਆ ਅੱਜ ਦੇ ਟਾਈਮ ਵਿੱਚ, ਉਸ ਦੀ ਸ਼ੁਰੂਆਤ ਫਰਾਂਸ ਦੇ ਵਿੱਚ ਹੋਈ। ਕਿੱਥੋਂ ਹੋਈ ਸੀ? ਐਥਨਸ ਤੋਂ ਹੋਈ ਸੀ। ਇਹ ਗਲਤ ਆ। ਠੀਕ ਹੈ, ਹੁਣ ਅਗਲਾ ਆਪਣਾ ਕੀ ਆ, ਫਿਲ ਇਨ ਦਾ ਬਲੈਂਕਸ। ਇੰਡੀਆ ਇਜ਼ ਅ ਡੈਸ਼ ਰਿਪਬਲਿਕ। ਇੰਡੀਆ ਕੀ ਆ, ਕਿਸ ਤਰ੍ਹਾਂ ਦੀ ਰਿਪਬਲਿਕ ਆ? ਡੈਮੋਕ੍ਰੈਟਿਕ ਰਿਪਬਲਿਕ। ਠੀਕ ਹੈ, ਦ ਨੋਮਨੀ ਐਗਜ਼ੀਕਿਊਟਿਵ ਹੈਡ ਆਫ ਸੈਂਟਰਲ ਗੌਰਮੈਂਟ ਇਜ਼ ਡੈਸ਼ ਐਂਡ ਹੈਡ ਆਫ ਸਟੇਟ ਗੌਰਮੈਂਟ ਇਜ਼ ਡੈਸ਼। ਜਿਹੜਾ ਨੋਮਨੀ ਆ, ਮਤਲਬ ਨਾਮ ਲਈ ਤਾਂ ਉਸਦੇ ਕੋਲ ਸ਼ਕਤੀ ਆ, ਉਹ ਕੌਣ ਆ? ਕੇਂਦਰ ਦੇ ਵਿੱਚ ਪ੍ਰੈਜ਼ੀਡੈਂਟ ਤੇ ਸਟੇਟ ਦੇ ਵਿੱਚ ਕੌਣ ਆ? ਗਵਰਨਰ। ਓਕੇ, ਡੈਮੋਕ੍ਰੇਸੀ ਓਰੀਜੀਨੇਟਡ ਇਨ ਸਿਟੀ ਆਫ ਡੈਸ਼। ਕਿੱਥੋਂ ਇਸ ਨੂੰ ਓਰੀਜਨ ਹੋਇਆ? ਇਹ ਐਥਨਸ ਤੋਂ ਓਰੀਜਨ ਹੋਇਆ ਡੈਮੋਕ੍ਰੇਸੀ। ਠੀਕ ਹੈ, ਡੈਸ਼ ਇਜ਼ ਦਾ ਕੰਟਰੀ ਵੇਅਰ ਦੇयर ਇਜ਼ ਅ ਡਾਇਰੈਕਟ ਡੈਮੋਕ੍ਰੇਸੀ। ਕਿਸ ਕੰਟਰੀ ਦੇ ਵਿੱਚ ਡਾਇਰੈਕਟ ਡੈਮੋਕ੍ਰੇਸੀ ਹੈ? ਜਿੱਥੇ ਜਿਹੜੇ ਪਰਸਨ ਨੇ ਉਹ ਸਿੱਧੇ ਤੌਰ 'ਤੇ ਆਪਣੇ ਲਈ ਪ੍ਰੈਜ਼ੀਡੈਂਟ ਜਾਂ ਪ੍ਰਧਾਨ ਮੰਤਰੀ ਨੂੰ ਚੁਣਦੇ ਆ, ਤਾਂ ਸਵਿਟਜ਼ਰਲੈਂਡ ਦੇ ਵਿੱਚ ਇਸ ਤਰ੍ਹਾਂ ਕੀਤਾ ਜਾਂਦਾ ਹੈ। ਠੀਕ ਹੈ, ਦਾ ਬੇਸਿਕ ਪ੍ਰਿੰਸੀਪਲ ਆਫ ਡੈਮੋਕ੍ਰੇਸੀ ਇਜ਼ ਡੈਸ਼ ਐਂਡ ਡੈਸ਼। ਜਿਹੜੀ ਡੈਮੋਕ੍ਰੇਸੀ ਦੀ ਬੇਸਿਕ ਫੀਚਰ ਆ ਕੀ ਆ ਉਹ? ਇਕੁਐਲਿਟੀ ਐਂਡ ਫਰੀडम। ਠੀਕ ਹੈ, ਇੱਕ ਤਾਂ ਆਜ਼ਾਦੀ ਹੋਏ, ਦੂਸਰੀ ਸਭ ਨੂੰ ਸਮਾਨ ਸਮਝਿਆ ਜਾਵੇ। ਉਸ ਤੋਂ ਬਾਅਦ MCQ ਨੇ ਅੱਗੇ, ਡੈਮੋਕ੍ਰੇਸੀ ਇਜ਼ ਗਵਰਨਮੈਂਟ ਆਫ ਪੀਪਲ ਬਾਏ ਦਾ ਪੀਪਲ ਐਂਡ ਫॉर ਦਾ ਪੀਪਲ ਹੂ ਸਪੋਕ ਦੀਜ਼ ਵਰਡਸ। ਇਹ ਸ਼ਬਦ ਕਹੇ ਕਿਸਨੇ ਸੀ? ਅਬਰਾਹਿਮ ਲਿੰਕਨ, ਲਾਸਕੀ ਔਰ ਡੇਵਿਡ ਈਸਟਨ। ਸੋ ਕਿਹਨੇ ਕਹੇ ਸੀ? ਅਬਰਾਹਿਮ ਲਿੰਕਨ ਨੇ ਕਹੇ ਸੀ। ਵਿਚ ਇਜ਼ ਦਾ ਮੋਸਟ ਪੋਪੂਲਰ ਫਾਰਮ ਆਫ ਗਵਰਨਮੈਂਟ ਇਨ ਮਾਡਰਨ ਟਾਈਮਸ। ਅੱਜ ਦੇ ਸਮੇਂ ਵਿੱਚ ਸਭ ਤੋਂ ਜ਼ਿਆਦਾ ਪ੍ਰਚਲਿਤ ਜਿਹੜਾ ਹੈ, ਸਭ ਤੋਂ ਜ਼ਿਆਦਾ ਪੋਪੂਲਰ ਫਾਰਮ ਆਫ ਗਵਰਨਮੈਂਟ ਕਿਹੜਾ ਆ? ਡਿਕਟੇਟਰਸ਼ਿਪ,
ਡਿਕਟੇਟਰਸ਼ਿਪ ਹੁੰਦਾ ਜਿੱਥੇ ਕਿਸੇ ਇੱਕ ਪਰਸਨ ਦਾ ਰਾਜ ਹੋਵੇ, ਜੇ ਉਸਨੇ ਕੁਝ ਕਿਹਾ ਤਾਂ ਉਹ ਮੰਨਣਾ ਹੀ ਪੈਣਾ, ਉਹ ਹੁੰਦਾ ਹੈ ਡਿਕਟੇਟਰਸ਼ਿਪ। ਠੀਕ ਹੈ। ਡੈਮੋਕ੍ਰੇਸੀ ਔਰ ਮਿਲਟਰੀ ਰੂਲ। ਸੋ ਕਿਹੜੀ ਸਭ ਤੋਂ ਜ਼ਿਆਦਾ ਪਪੂਲਰ ਹੋ ਰਹੀ ਹੈ ਅੱਜ ਦੇ ਟਾਈਮ ਵਿੱਚ? ਡੈਮੋਕ੍ਰੇਸੀ, ਜਿਸ ਦੇ ਵਿੱਚ ਸਭ ਨੂੰ ਬਰਾਬਰ ਸਮਝਿਆ ਜਾਂਦਾ, ਸਭ ਨੂੰ ਸਮਾਨ ਮੌਕੇ ਮਿਲਦੇ ਆ। ਹਾਊ ਮੈਨੀ ਟਾਈਪਸ ਆਫ ਹੈਡਸ ਆਫ ਸਟੇਟ ਆਰ ਦੇਅਰ ਇਨ ਡੈਮੋਕ੍ਰੇਟਿਕ ਕੰਟਰੀ? ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਕਿੰਨੀ ਤਰ੍ਹਾਂ ਦੇ ਹੈਡ ਆਫ ਸਟੇਟ ਹੁੰਦੇ ਆ? ਸਟੇਟ ਦੇ ਵਿੱਚ ਜਿਹੜੇ ਹੈਡ ਹੁੰਦੇ ਆ ਕਿੰਨੇ ਟਾਈਪਸ ਦੇ ਹੁੰਦੇ ਆ? 2 ਟਾਈਪਸ ਦੇ ਹੁੰਦੇ ਆ, ਇੱਕ ਨੋਮਨੀ ਇੱਕ ਰੀਅਲ, ਰਾਈਟ। ਨੋਮਨੀ ਕੌਣ ਹੁੰਦਾ? ਪ੍ਰੈਜ਼ੀਡੈਂਟ, ਤੇ ਰੀਅਲ ਕਿਹੜਾ ਹੁੰਦਾ? ਪੀਐਮ, ਮੀਨਸ ਪ੍ਰਧਾਨ ਮੰਤਰੀ। ਓਕੇ। ਸੋ ਇਸ ਤਰ੍ਹਾਂ ਆਪਣਾ ਜਿਹੜਾ ਟੌਪਿਕ ਸੀ ਉਹ ਖਤਮ ਹੋ ਗਿਆ। ਆਈ ਹੋਪ ਤੁਹਾਨੂੰ ਸਮਝ ਆਇਆ ਹੋਵੇਗਾ। ਜੇ ਤੁਸੀਂ ਕੁਝ ਵੀ ਮੇਰੇ ਤੋਂ ਪੁੱਛਣਾ ਚਾਹ ਰਹੇ ਹੋ ਜਾਂ ਮੈਨੂੰ ਕੋਈ ਸੁਜੈਸ਼ਨ ਦੇਣੀ ਚਾਹ ਰਹੇ ਹੋ ਤਾਂ ਤੁਸੀਂ ਨੀਚੇ ਕਮੈਂਟ ਬਾਕਸ 'ਚ ਦੇ ਸਕਦੇ ਹੋ। ਥੈਂਕ ਯੂ।